ਨੈਕਸਟ ਆਪਾਂ ਕੀ ਕਰਾਂਗੇ ਬੇਟੇ, ਕੈਲਕੂਲੇਸ਼ਨਸ ਬੇਸਡ ਔਨ ਕੈਮੀਕਲ ਇਕੁਏਸ਼ਨ। ਹੁਣ ਜਿਹੜੀ ਆਪਾਂ ਕੈਮੀਕਲ ਇਕੁਏਸ਼ਨਸ ਲਿਖੀਆਂ ਉਹਨਾਂ ਦੇ ਬੇਸ ਤੇ ਆਪਾਂ ਕੈਲਕੂਲੇਸ਼ਨਸ ਕਿਵੇਂ ਕਰ ਸਕਦੇ ਹਾਂ, ਕਿਉਂਕਿ ਸਾਨੂੰ ਬਹੁਤ ਚੀਜ਼ਾਂ ਇਹਦੇ ਤੋਂ ਪਤਾ ਲੱਗਦੀਆਂ ਕਿ ਇਕੁਏਸ਼ਨ ਲਿਖਣ ਨਾਲ। ਤਾਂ ਗਿਵਨ ਜੋ ਸਾਨੂੰ ਪੁੱਛੀ ਜਾਵੇ ਅਸੀਂ ਦੇਖਾਂਗੇ ਵੀ ਸਾਨੂੰ ਕੀ ਪੁੱਛਿਆ ਗਿਆ, ਉਹਦੇ ਅਕੋਰਡਿੰਗ ਅਸੀਂ ਬਹੁਤ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਆ ਜਿਹੜੀਆਂ ਇਹਦੇ ਨਾਲ ਕਰ ਸਕਦੇ ਹਾਂ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਟੋਕਿਓਮੈਟ੍ਰਿਕ ਕੈਲਕੂਲੇਸ਼ਨਸ, ਜਿਹੜੀ ਕਿ ਸਟੋਕਿਓਮੈਟਰੀ ਤੇ ਮਤਲਬ ਇਹਨਾਂ ਦੇ ਨੰਬਰ ਆਫ ਮੋਲਸ ਤੇ ਡਿਪੈਂਡ ਕਰਦੀਆਂ ਜਾਂ ਇਹਨਾਂ ਦੇ ਮਾਸਿਸ ਤੇ ਡਿਪੈਂਡ ਕਰਦੀਆਂ। ਤਾਂ ਅਸੀਂ ਕਈ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਇਹਦੇ ਨਾਲ ਕਰ ਸਕਦੇ ਹਾਂ, ਜਿਵੇਂ ਮੋਲਸ ਕੱਢ ਸਕਦੇ ਹਾਂ, ਮਾਸ ਕੱਢ ਸਕਦੇ ਹਾਂ, ਵੋਲਿਊਮ ਕੱਢ ਸਕਦੇ ਹਾਂ। ਜੋ ਵੀ ਚੀਜ਼ ਸਾਨੂੰ ਇਨਫੋਰਮੇਸ਼ਨ ਮੰਗੀ ਹੋਈ ਹੋਵੇ ਤਾਂ ਉਹ ਅਸੀਂ ਇਹਦੇ ਤੋਂ ਕੈਲਕੂਲੇਟ ਕਰ ਸਕਦੇ ਹਾਂ, ਤੈਨੂੰ ਕਹਾਂਗੇ ਅਸੀਂ ਸਟੋਕਿਓਮੈਟ੍ਰਿਕ ਕੈਲਕੂਲੇਸ਼ਨਸ। ਹੁਣ ਆਪਾਂ ਕੀ ਕਹਾਂਗੇ, ਆਪਾਂ ਹੁੰਦੀਆਂ ਕੀ ਇਹ ਤਾਂ ਕੈਲਕੂਲੇਸ਼ਨਸ ਬੇਸਡ ਔਨ ਦਾ ਕੈਮੀਕਲ ਇਕੁਏਸ਼ਨਸ ਆਰ ਨੋਨ ਐਜ਼ ਸਟੋਕਿਓਮੈਟ੍ਰਿਕ ਕੈਲਕੂਲੇਸ਼ਨਸ। ਹੁਣ ਐਗਜ਼ਾਮਪਲ ਲੈਂਦੇ ਹਾਂ ਆਪਾਂ ਬੇਟੇ, ਫਿਰ ਤੁਹਾਨੂੰ ਕਲੀਅਰ ਹੋਏਗਾ। ਕੈਲਕੂਲੇਟ amount of water produced by combustion of 32 grams of methane। ਇਹ ਕੀ ਕਿਹਾ ਨੇ ਕਿ ਤੁਸੀਂ ਦੱਸਣਾ ਹੈ ਕਿ ਕਿੰਨਾ ਵਾਟਰ ਪ੍ਰੋਡਿਊਸ ਹੋਏਗਾ ਜੇ ਅਸੀਂ 32 ਗ੍ਰਾਮਸ ਆਫ ਮੀਥੇਨ ਨੂੰ ਜਲਾਉਂਦੇ ਹਾਂ, ਜੇ ਉਹਦੀ ਕੰਬਸਸ਼ਨ ਕਰਦੇ ਹਾਂ। ਜਲਾਉਣ ਦਾ ਮਤਲਬ ਉਹਦੀ ਆਕਸੀਡੇਸ਼ਨ ਕਰਦੇ ਹਾਂ। ਕੋਈ ਵੀ ਫਿਊਲ ਨੂੰ ਜਲਾਉਂਦੇ ਹਾਂ ਤਾਂ ਆਕਸੀਜਨ ਨਾਲ ਹੀ ਰਿਐਕਟ ਕਰਦਾ ਨਾ, ਤਾਂ ਮੀਥੇਨ ਨੂੰ ਜਦੋਂ ਅਸੀਂ ਜਲਾਵਾਂਗੇ ਮਤਲਬ ਕਿ ਉਹਦੀ ਆਕਸੀਡੇਸ਼ਨ ਕਰਾਂਗੇ ਤਾਂ ਕਿੰਨਾ ਜਿਹੜਾ ਤੁਹਾਡੇ ਕੋਲੇ ਵਾਟਰ ਹੈ ਉਹ ਪ੍ਰੋਡਿਊਸ ਹੋਏਗਾ। ਇਹ ਆਪਾਂ ਕੈਲਕੂਲੇਟ ਕਰਨਾ ਹੈ, ਠੀਕ ਹੈ। ਹੁਣ ਇਹਦੇ ਵਾਸਤੇ ਹਰੇਕ ਜਿਹੜੀ ਵੀ ਤੁਹਾਡੇ ਕੋਲ ਇੱਦਾਂ ਦੀਆਂ ਕੈਲਕੂਲੇਸ਼ਨਸ ਆਉਣਗੀਆਂ ਤਾਂ ਸਾਨੂੰ ਕੀ ਚਾਹੀਦੀ ਹੈ, ਕੈਮੀਕਲ ਇਕੁਏਸ਼ਨ। ਤੁਹਾਨੂੰ ਕੈਮੀਕਲ ਇਕੁਏਸ਼ਨ ਆਪਣੇ ਆਪ ਲਿਖਣੀ ਆਉਣੀ ਚਾਹੀਦੀ ਹੈ। ਤਾਂ ਕੰਬਸਸ਼ਨ ਆਫ ਮੀਥੇਨ ਨੂੰ ਆਪਾਂ ਕਿਵੇਂ ਲਿਖਾਂਗੇ ਬੇਟੇ, ਮੀਥੇਨ ਪਲੱਸ ਆਕਸੀਜਨ ਗਿਵਸ CO2 ਪਲੱਸ ਵਾਟਰ। ਕੋਈ ਵੀ ਫਿਊਲ ਨੂੰ ਜਲਾਉਂਦੇ ਤਾਂ ਕਾਰਬਨ ਡਾਈਆਕਸਾਈਡ ਤੇ ਵਾਟਰ ਬਣਦਾ ਹੈ, ਠੀਕ ਹੈ। ਹੁਣ ਆਪਾਂ ਨੂੰ ਇਹ ਦੇਖੋ, ਹੁਣ ਸਾਰਿਆਂ ਦੇ ਮਾਸਸ ਜਾਂ ਨੰਬਰ ਆਫ ਮੋਲਸ ਲਿਖਣ ਦੀ ਲੋੜ ਨਹੀਂ ਸਾਨੂੰ। ਤੁਸੀਂ ਇਹ ਦੇਖੋ ਕਿ ਅਸੀਂ ਮੋਲਸ ਯੂਜ਼ ਕਰਨੇ ਆ ਕਿ ਅਸੀਂ ਮਾਸ ਯੂਜ਼ ਕਰਨਾ ਹੈ। ਆਪਣਾ ਕੁਐਸਚਨ 'ਚ ਦੇਖੋ ਕੀ ਪੁੱਛਿਆ ਗਿਆ ਸਾਨੂੰ, ਕੀ ਹੈ ਬੇਟੇ, ਅਮਾਊਂਟ ਪੁੱਛਿਆ। ਇਹਦਾ ਮਤਲਬ ਕੀ ਹੈ, ਅਸੀਂ ਗ੍ਰਾਮਸ ਦੇ ਵਿੱਚ ਕੱਢ ਸਕਦੇ ਹਾਂ ਕਿਉਂਕਿ ਸਾਨੂੰ ਮੀਥੇਨ ਕਿਹਦੇ 'ਚ ਦਿੱਤੀ ਹੋਈ ਹੈ ਬੇਟੇ, ਗ੍ਰਾਮਸ ਦੇ ਵਿੱਚ। ਤਾਂ ਆਪਾਂ ਮਾਸ ਲਗਾਵਾਂਗੇ ਸਾਰਿਆਂ ਦੇ, ਕਿਹਦੇ ਵਾਟਰ ਤੇ ਮੀਥੇਨ ਦੇ, ਬਸ ਹੋਰ ਸਾਨੂੰ ਬਾਕੀ ਚੀਜ਼ਾਂ ਕੁਛ ਨਹੀਂ ਚਾਹੀਦੀਆਂ। ਹੁਣ ਮੀਥੇਨ ਤੇ ਵਾਟਰ ਨੂੰ ਕੰਸੀਡਰ ਕਰਾਂਗੇ ਅਸੀਂ ਸਿਰਫ। ਹੁਣ ਇੱਥੋਂ ਮੀਥੇਨ ਦਾ ਮਾਸ ਕੱਢ ਲਓ, ਕਿੰਨਾ ਆ ਗਿਆ 12 ਕਾਰਬਨ ਤੇ 4 ਹਾਈਡਰੋਜਨ। ਕਿੰਨਾ ਬਣ ਗਿਆ ਬੇਟੇ, ਕਿੰਨਾ ਹੋ ਗਿਆ ਇਹ 16 ਗ੍ਰਾਮਸ। ਫਿਰ ਵਾਟਰ ਦਾ ਲਓ, ਕਿੰਨਾ ਆ ਗਿਆ 4 ਹਾਈਡਰੋਜਨ ਹੋ ਗਿਆ ਤੇ 2 ਆਕਸੀਜਨ। ਕਿੰਨਾ ਆ ਗਿਆ 32 ਪਲੱਸ 4 36। ਆਕਸੀਜਨ ਵੀ ਦੋਗੇ ਨਾ, ਜੋ ਅੱਗੇ ਹੁੰਦਾ ਸਟੋਕਿਓਮੀਟਰ ਜਿਹੜਾ ਕੋਫੀਸ਼ੀਐਂਟ ਹੈ ਉਹ ਦੋਨਾਂ ਨਾਲ ਮਲਟੀਪਲਾਈ ਹੋਏਗਾ, ਸਾਰੀਆਂ ਐਟਮਸ ਨਾਲ ਮਲਟੀਪਲਾਈ ਹੁੰਦਾ ਹੈ। ਤਾਂ ਕਿੰਨਾ ਬਣ ਗਿਆ, ਤਾਂ ਮਾਸ ਹੈ ਜਿਹੜਾ ਟੋਟਲ ਕਿੰਨਾ ਬਣ ਗਿਆ 36 ਗ੍ਰਾਮਸ। ਇਹ ਸਾਨੂੰ ਇਨਫੋਰਮੇਸ਼ਨ ਇਸ ਇਕੁਏਸ਼ਨ ਤੋਂ ਮਿਲ ਰਹੀ ਹੈ, ਠੀਕ ਹੈ। ਹੁਣ ਆਪਾਂ ਕੀ ਦੇਖਣਾ ਹੈ, ਹੁਣ ਆਪਾਂ ਦੇਖਣਾ ਕੀ ਹੈ ਬੇਟੇ ਕਿ ਅਸੀਂ ਚਾਹੀਦਾ ਕੀ ਹੈ। ਅਸੀਂ ਕੀ ਕਰਨਾ ਹੈ ਕਿ 32 ਗ੍ਰਾਮ ਮੀਥੇਨ ਜਦੋਂ ਜਲਦੀ ਹੈ ਤਾਂ ਵਾਟਰ ਕਿੰਨਾ ਬਣੇਗਾ। ਇਹਦਾ ਮਤਲਬ ਕੀ ਹੈ, ਜਿਹੜੀ ਚੀਜ਼ ਅਸੀਂ ਕੈਲਕੂਲੇਟ ਕਰਨੀ ਹੈ ਵਾਟਰ ਦੀ ਅਮਾਊਂਟ ਕਰਨੀ ਹੈ ਤਾਂ ਵਾਟਰ ਨੂੰ ਅਸੀਂ ਰਾਈਟ ਸਾਈਡ 'ਤੇ ਕਰਾਂਗੇ। ਇੱਥੇ ਸਿਰਫ ਹਰੇਕ ਸਟੋਕਿਓਮੈਟ੍ਰਿਕ ਇਕੁਏਸ਼ਨ ਦੇ ਵਿੱਚ ਤੁਸੀਂ ਯੂਨਿਟਰੀ ਮੈਥਡ ਲਗਾਉਣਾ ਹੈ, ਠੀਕ ਹੈ। ਹੁਣ ਇਸ ਇਕੁਏਸ਼ਨ ਤੋਂ ਦੇਖੋ, ਪਹਿਲਾਂ 16 ਗ੍ਰਾਮਸ ਆਫ ਮੀਥੇਨ ਪ੍ਰੋਡਿਊਸ ਵਾਟਰ ਇਜ਼ ਇਕੁਅਲ ਟੂ 36 ਗ੍ਰਾਮਸ। ਜਦੋਂ 16 ਗ੍ਰਾਮ ਮੀਥੇਨ ਜਲਦੀ ਹੈ ਤਾਂ ਕਿੰਨਾ ਵਾਟਰ ਪ੍ਰੋਡਿਊਸ ਹੋ ਰਿਹਾ ਬੇਟੇ 36 ਗ੍ਰਾਮਸ। ਇੱਕ ਹੋਏਗਾ ਤਾਂ 36/16। ਜਦੋਂ 32 ਤੁਹਾਨੂੰ ਕਿੰਨਾ ਪੁੱਛਿਆ 32 ਗ੍ਰਾਮਸ ਜਦੋਂ ਜਲੇਗਾ ਤਾਂ ਉਹ ਕਿੰਨਾ ਹੋਏਗਾ, 32 ਦੇ ਲਈ ਕਿੰਨਾ ਆਏਗਾ 36/16 ਮਲਟੀਪਲਾਈ ਬਾਈ 32 ਤਾਂ ਕਿੰਨਾ ਆ ਗਿਆ 72 ਗ੍ਰਾਮਸ। ਤੇ ਵੈਸੇ ਤੁਸੀਂ ਸਿੰਪਲੀ ਵੀ ਦੇਖ ਸਕਦੇ ਹੋ ਕਿਉਂਕਿ ਤੁਹਾਨੂੰ ਮਾਸ ਕਿੰਨਾ ਦਿੱਤਾ ਬੇਟੇ, ਡਬਲ ਹੀ ਦਿੱਤਾ। 16 ਗ੍ਰਾਮਸ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨਾ ਬਣ ਰਿਹਾ 36, ਤੇ ਜੇ 32 'ਚ ਕਿੰਨਾ ਤਾਂ ਉਦੋਂ ਡਬਲ ਹੀ ਬਣੇਗਾ ਨਾ ਉਹ ਵੀ। ਤਾਂ ਕਿੰਨਾ ਆ ਗਿਆ 72 ਗ੍ਰਾਮਸ। ਬਹੁਤ ਸਿੰਪਲ ਕੈਲਕੂਲੇਸ਼ਨਸ ਹੁੰਦੀਆਂ ਬੇਟੇ, ਥੋੜਾ ਜਿਹਾ ਧਿਆਨ ਰੱਖਣਾ ਤੁਸੀਂ, ਠੀਕ ਹੈ। ਇੱਕ ਹੋਰ ਨੂਮੈਰੀਕਲ ਕਰਦੇ ਹਾਂ, ਹੋਰ ਸਮਝ ਆਏਗੀ। ਹਾਊ ਮੈਨੀ ਮੋਲਸ ਆਫ ਮੀਥੇਨ ਆਰ ਰਿਕੁਆਇਰਡ ਟੂ ਪ੍ਰੋਡਿਊਸ 22 ਗ੍ਰਾਮਸ CO2 ਆਫਟਰ ਕੰਬਸਸ਼ਨ। ਸੇਮ ਨੂਮੈਰੀਕਲ ਹੈ ਪਰ ਹੁਣ ਸਾਨੂੰ ਕੀ ਦਿੱਤੇ ਹੈ, ਮੋਲਸ ਕੱਢਣੇ ਆ ਅਸੀਂ, ਠੀਕ ਹੈ। ਕਾਹਦੇ ਕੱਢਣੇ ਮੀਥੇਨ ਦੇ। ਹੁਣ ਵਾਟਰ ਸਾਨੂੰ CO2 ਤੇ ਮੀਥੇਨ ਚਾਹੀਦੀ ਹੈ, ਹੁਣ ਅਸੀਂ ਵਾਟਰ ਨਹੀਂ ਕੰਸੀਡਰ ਕਰਾਂਗੇ। ਹੁਣ ਆਪਾਂ ਕਿਹੜੀਆਂ ਦੋ ਚੀਜ਼ਾਂ ਲਵਾਂਗੇ ਬੇਟੇ, ਮੀਥੇਨ ਐਂਡ CO2, ਇਹਦੇ ਤੇ ਕੰਸਨਟਰੇਟ ਕਰਾਂਗੇ ਆਪਾਂ, ਮੀਥੇਨ ਐਂਡ CO2 ਤੇ। ਹੁਣ ਦੇਖੋ ਤੁਸੀਂ ਪਹਿਲਾਂ ਤਾਂ ਬੈਲੈਂਸਡ ਇਕੁਏਸ਼ਨ ਹੀ ਲਿਖ ਲਓ, ਕਿਉਂਕਿ ਮੋਲਸ ਹੈ ਤਾਂ ਆਪਾਂ ਮੋਲ ਦੇ ਵਿੱਚ ਲਵਾਂਗੇ, ਪਰ ਮਾਸ ਵੀ ਹੈ ਤਾਂ ਦੋਨੋਂ ਚੀਜ਼ਾਂ ਲਿਖ ਲਓ, ਠੀਕ ਹੈ। ਦੋਨੋਂ ਚੀਜ਼ਾਂ ਲਿਖ ਲਓ ਤੁਸੀਂ।
ਤਾਂ ਇਹਦੇ ਕਿੰਨੇ ਮੋਲ ਹੈ ਬੇਟੇ 1 ਮੋਲ, ਇਹਦੇ ਕਿੰਨੇ ਮੋਲ 1 ਮੋਲ। ਮਾਸ ਵੀ ਲਿਖ ਲਓ, ਇਹਦਾ ਕਿੰਨਾ ਹੈ 16 ਗ੍ਰਾਮ, ਇਹਦਾ ਕਿੰਨਾ 44 ਗ੍ਰਾਮਸ। ਪਰ ਸਾਨੂੰ 22 ਗ੍ਰਾਮਸ CO2 ਦੇ ਵਿੱਚ ਕਿੰਨੇ ਮੋਲਸ ਕੱਢਣੇ, ਮਿਥੇਨ ਦੇ ਅਸੀਂ ਮੋਲਸ ਕੱਢਣੇ ਹੈ, ਠੀਕ ਹੈ, ਮਿਥੇਨ ਦੇ ਮੋਲਸ ਕੱਢਣੇ। ਤੁਸੀਂ ਇਹਨੂੰ ਸਿੰਪਲ ਵੀ ਚਾਹੇ ਤਾਂ ਤੁਸੀਂ ਪਹਿਲਾਂ ਇਹਦੇ ਮੋਲਸ ਬਣਾ ਲਓ, ਠੀਕ ਹੈ, ਤਾਂ ਇਹਦੇ ਸਿੰਪਲ ਮੋਲ ਕੱਢ ਲਓਗੇ, ਜਾਂ ਤੁਸੀਂ ਪਹਿਲਾਂ ਗ੍ਰਾਮ ਦੇ ਵਿੱਚ ਗ੍ਰਾਮ ਕੱਢ ਲਓ ਮਿਥੇਨ ਦੇ, ਉਸ ਤੋਂ ਬਾਅਦ ਉਹਦੇ ਮੋਲ ਬਣਾ ਦਿਓ, ਠੀਕ ਹੈ। ਮੈਂ ਦੋਨੋਂ ਮੈਥਡਸ ਦੇ ਨਾਲ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਵੇਂ ਤੁਸੀਂ ਕਰ ਸਕਦੇ ਹੋ। ਜਿਵੇਂ ਆਪਾਂ ਪਹਿਲਾਂ ਮਾਸ ਤੇ ਹੀ ਲੈ ਲਿਆ, ਕਿਉਂਕਿ ਸਾਨੂੰ ਮਾਸ ਗਿਵਨ ਹੈ CO2 ਦਾ ਕਿ ਇੰਨੇ ਮਾਸ ਤੋਂ ਕਿੰਨੇ ਮੋਲਸ, ਆਪਾਂ ਪਹਿਲਾਂ ਮਾਸ ਕੱਢਾਂਗੇ ਮਿਥੇਨ ਦਾ, ਕਿੰਨਾ ਮਿਥੇਨ ਦਾ ਆਏਗਾ 44 grams of CO2 for 44 grams of CO2 required methane is, ਜੇ 44 ਗ੍ਰਾਮ CO2 ਬਣ ਰਹੀ ਹੈ ਤਾਂ ਮਿਥੇਨ ਕਿੰਨਾ ਚਾਹੀਦਾ ਬੇਟੇ ਉਹਦੇ ਲਈ 16 grams। ਇੱਕ ਲਈ ਕਿੰਨਾ ਹੋਏਗਾ 16/44 ਐਂਡ 22 ਲਈ ਕਿੰਨਾ ਹੋਏਗਾ 8 grams। ਅੱਧਾ ਹੀ ਹੈ ਨਾ, ਵੈਸੇ ਵੀ ਪਤਾ ਲੱਗਿਆ 44 ਤੋਂ 22 ਆ ਗਿਆ, ਕਿੰਨਾ ਆਏਗਾ 8 grams ਆ ਗਿਆ। ਕਲੀਅਰ ਹੋ ਗਿਆ, 8 grams ਆ ਗਿਆ। ਇਹ ਤਾਂ ਆ ਗਿਆ ਗ੍ਰਾਮਸ, ਕਿਹਦੇ ਗ੍ਰਾਮਸ ਆ ਗਏ ਬੇਟੇ ਇਹ ਮੀਥੇਨ ਦੇ। ਪਰ ਸਾਨੂੰ ਕੀ ਚਾਹੀਦੇ ਹੈ ਇਹਦੇ ਮੋਲਸ, ਤਾਂ ਮੋਲਸ ਕੱਢਣੇ ਤਾਂ ਬਹੁਤ ਸੌਖੇ ਹੈ। ਮੋਲਸ ਆਫ ਮੀਥੇਨ ਇਜ਼ ਇਕੁਅਲ ਟੂ ਮਾਸ ਡਿਵਾਈਡਡ ਬਾਈ ਮੋਲਰ ਮਾਸ। ਮਾਸ ਕਿੰਨਾ ਆ ਗਿਆ ਜੋ ਅਸੀਂ ਕੱਢਿਆ, ਇਹ ਗਿਵਨ ਮਾਸ ਹੈ, ਕਿੰਨਾ ਆ ਗਿਆ 8 grams ਡਿਵਾਈਡਡ ਬਾਈ ਮੋਲਰ ਮਾਸ। ਮੋਲਰ ਮਾਸ ਆਫ ਆਕਸੀਜਨ ਕਿੰਨਾ ਹੈ O2 ਦਾ ਕਿੰਨਾ ਹੁੰਦਾ ਹੈ, ਇੱਕ O ਦਾ 16 O2 ਦਾ, ਕਿਉਂਕਿ ਮੋਲੀਕੂਲਰ ਜਿਹੜਾ ਮੋਲੀਕਿਊਲ ਹੁੰਦਾ ਆਕਸੀਜਨ ਦਾ ਉਹ ਕੀ ਹੁੰਦਾ O2 ਹੁੰਦਾ ਹੈ, ਤਾਂ ਉਹਦਾ ਕਿੰਨਾ ਆ ਗਿਆ 16 ਆ ਗਿਆ। 8/16 ਇਜ਼ ਇਕੁਅਲ ਟੂ 0.5 ਆ ਗਿਆ। ਇਹ 0.5 ਕੀ ਆ ਗਏ ਬੇਟੇ ਮੋਲਸ ਆਫ ਮੀਥੇਨ। ਕਲੀਅਰ ਹੋ ਗਿਆ। ਹੁਣ ਜਾਂ ਆਪਾਂ ਸਿੱਧਾ ਹੀ ਲਿਖ ਸਕਦੇ ਹਾਂ ਜੀ, ਇਕੱਲੇ ਮੋਲ ਲੈ ਲਓ। ਇੱਕ ਮੋਲ ਹੈ ਜਿਹੜਾ, ਉਹਦੇ ਤੋਂ ਕਿੰਨੇ ਮੋਲ ਬਣ ਰਹੇ ਆ ਕਾਰਬਨ ਡਾਈਆਕਸਾਈਡ ਦੇ ਬੇਟੇ 1 ਮੋਲ। 1 mole of CH4 gives 1 mole of CO2, ਜਾਂ ਤੁਸੀਂ ਉਲਟ ਲਿਖ ਦਿਓ ਇੱਦੋਂ 1 mole of CO2 is produced from 1 mole of methane, ਠੀਕ ਹੈ। ਤਾਂ ਇਹਦੇ ਅਸੀਂ ਮੋਲਸ ਕੱਢ ਲਓ ਕਿਉਂਕਿ ਇਹਦਾ ਮਾਸ ਦਿੱਤਾ ਹੋਇਆ, ਠੀਕ ਹੈ, ਇਹਦਾ ਮਾਸ ਦਿੱਤਾ ਹੋਇਆ ਕਿੰਨੇ 'ਚ, ਇਹਦੇ 'ਚ ਤਾਂ ਪਤਾ ਹੈ, ਬੈਲੈਂਸਡ ਇਕੁਏਸ਼ਨ 'ਚ ਮੋਲ ਪਤਾ ਹੈ, ਪਰ ਇਸ ਮਾਸ ਦੇ ਅਸੀਂ ਮੋਲ ਕੈਲਕੂਲੇਟ ਕਰ ਲਾਂਗੇ। ਤਾਂ ਇਸ ਮਾਸ ਦੇ ਮੋਲ ਕਿਵੇਂ ਆਉਣਗੇ, ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ, ਤਾਂ ਕਿੰਨੇ ਆ ਗਏ 0.5, ਠੀਕ ਹੈ। ਤੇ ਜੇ 1 ਮੋਲ CO2 ਦੇ ਨਾਲ 1 ਮੋਲ ਮਿਥੇਨ ਚਾਹੀਦਾ ਹੈ, ਤਾਂ 0.5 CO2 ਨਾਲ ਕਿੰਨਾ ਚਾਹੀਦਾ ਹੋਏਗਾ 0.5 ਹੀ ਚਾਹੀਦਾ ਹੋਏਗਾ, ਠੀਕ ਹੈ। ਉਹਦੇ ਮੋਲ ਕਿੰਨੇ ਚਾਹੀਦੇ ਹੋਣਗੇ 0.5 ਹੀ। ਸਮਝ ਆ ਗਈ ਬੇਟੇ। ਤਾਂ ਕੀ ਹੈ, ਜੇ ਦੋ ਅਲੱਗ-ਅਲੱਗ ਚੀਜ਼ਾਂ ਦੀਆਂ, ਭਾਵੇਂ ਪਹਿਲਾਂ ਮੋਲ ਬਣਾ ਲਓ ਫਿਰ ਕੈਲਕੂਲੇਟ ਕਰ ਲਓ, ਜਿਵੇਂ ਇੱਦਾਂ ਅਸੀਂ ਪਹਿਲਾਂ ਮੋਲ ਬਣਾ ਲਏ ਫਿਰ ਕੈਲਕੂਲੇਟ ਕਰ ਲਿਆ, ਜਾਂ ਪਹਿਲਾਂ ਗ੍ਰਾਮਸ ਦੇ ਵਿੱਚ ਕੱਢ ਲਓ ਫਿਰ ਗ੍ਰਾਮ ਕੱਢਣ ਤੋਂ ਬਾਅਦ ਉਹਦੇ ਮੋਲ ਬਣਾ ਦਿਓ, ਠੀਕ ਹੈ। ਤੇ ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ ਚਾਹੀਦੇ ਸਾਨੂੰ ਮਿਥੇਨ ਦੇ ਹੈ। ਮਿਥੇਨ ਦਾ ਮੋਲਰ ਮਾਸ ਕਿੰਨਾ ਹੈ 16, ਕਾਰਬਨ ਦਾ 12 ਤੇ ਹਾਈਡਰੋਜਨ 4 ਹੈ, 12 + 4 16 ਗ੍ਰਾਮ ਆ ਗਿਆ ਮਿਥੇਨ ਦਾ ਮਾਸ, ਇਹਦਾ ਮੋਲਰ ਮਾਸ ਆ ਗਿਆ। ਤਾਂ ਮੋਲਰ ਮਾਸ ਨਾਲ ਆਪਾਂ ਡਿਵਾਈਡ ਕੀਤਾ ਤਾਂ 0.5 ਮੋਲਸ ਦੇ ਆ ਜਾਣਗੇ, ਠੀਕ ਹੈ। ਇਹ ਬਹੁਤ ਸਿੰਪਲ ਕੈਲਕੂਲੇਸ਼ਨਸ ਹੈ ਜਿਹੜੀਆਂ ਬੇਟੇ ਧਿਆਨ ਕਰਨਾ ਤੁਸੀਂ। ਹੁਣ ਇੱਕ ਨੂਮੈਰੀਕਲ ਤੁਸੀਂ ਆਪਣੇ ਆਪ ਸੋਲਵ ਕਰਨਾ। ਵਟ ਮਾਸ ਆਫ ਕਾਪਰ ਆਕਸਾਈਡ will be obtained by heating 12.35 grams of copper carbonate। ਕਾਪਰ ਕਾਰਬੋਨੇਟ ਨੂੰ ਜਦੋਂ ਅਸੀਂ ਹੀਟ ਕਰਾਂਗੇ ਤਾਂ ਇਹਦੇ ਵਿੱਚੋਂ ਕਾਪਰ ਆਕਸਾਈਡ ਹੈ ਜਿਹੜਾ ਉਹ ਕਿੰਨਾ ਬਣੇਗਾ। ਵਟ ਮਾਸ ਆਫ ਕਾਪਰ ਆਕਸਾਈਡ ਵਿਲ ਬੀ ਓਬਟੇਨਡ ਬਾਈ ਹੀਟਿੰਗ 12.35 grams of copper carbonate। ਮਤਲਬ ਕਾਪਰ ਕਾਰਬੋਨੇਟ ਦਾ ਅਸੀਂ ਤੁਹਾਨੂੰ ਦੇਤਾ ਕਿ 12.35 grams ਜਲਾਵਾਂਗੇ ਤਾਂ ਕਾਪਰ ਆਕਸਾਈਡ ਕਿੰਨਾ ਪ੍ਰੋਡਿਊਸ ਹੋਏਗਾ। ਅਟੋਮਿਕ ਮਾਸ ਆਫ ਕਾਪਰ ਗਿਵਨ ਹੈ 63.5 grams। ਹੁਣ ਇਹਦਾ ਤੁਹਾਨੂੰ ਗਿਵਨ ਹੈ ਬੇਟੇ ਜਿਹੜਾ ਅਟੋਮਿਕ ਮਾਸ ਹੈ। ਹੁਣ ਮੈਂ ਤੁਹਾਨੂੰ ਇਕੁਏਸ਼ਨ ਦੱਸ ਦਿੰਦੀ ਹਾਂ। ਇਕੁਏਸ਼ਨ ਕੀ ਬਣੇਗੀ, ਕਾਪਰ ਕਾਰਬੋਨੇਟ, ਇਹਨੂੰ ਆਪਾਂ ਡੀਕੰਪੋਜ਼ ਕੀਤਾ ਮਤਲਬ ਕਿ ਹੀਟ ਕੀਤਾ ਤਾਂ ਇਹਨੇ ਕੀ ਬਣਾ ਲਿਆ CuO + CO2, ਕਾਪਰ ਆਕਸਾਈਡ + CO2। ਹੁਣ ਤੁਸੀਂ ਕੀ ਕਰੋਗੇ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਰਕੇ ਦਿਖਾਇਆ ਨੂਮੈਰੀਕਲ, ਇਹਦੇ ਸਾਰੇ ਮਾਸਸ ਨੂੰ ਜੋੜ ਲਓਗੇ। Cu ਦਾ ਕਿੰਨਾ ਹੈ 63.5, ਕਾਰਬਨ ਦਾ 12,
3 O है तो कितना आएगा 3 मल्टीप्लाइड बाय 16। सारे मासेज ਨੂੰ जोड़ लो की आ जाएगा ये 1 मोल है, ये 1 मोल है, ये भी 1 मोल है। ठीक है, क्योंकि बैलेंस्ड इक्वेशन है। मोल्स तो सब दे एक एक है। मास देख लो, सारे मासेज जोड़ लो, फिर Cu प्लस 16 63 प्लस 0.5 प्लस 16 ਇਹਦਾ मास ਕੱਢ लो, फिर CO2 ਦਾ मास ਕੱਢ लो, 12 प्लस 2 इंटू 16 ਇਹਦਾ मास ਕੱਢ लो। ਇਹ ਸਾਰੇ ਜਿਹੜੇ ਹੈ ਮਾਸੇਸ ਤੁਹਾਡੇ ਕੋਲੇ ਆ ਜਾਣਗੇ। ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਗਿਵਨ ਮਾਸ ਹੈ ਇਹਦੇ ਵਿੱਚ ਮਾਸ ਦੇ ਵਿੱਚੋਂ ਤੁਸੀਂ ਜਦੋਂ ਅਸੀਂ ਇੰਨਾ ਮਾਸ ਡੀਕੰਪੋਜ਼ ਕਰਾਂਗੇ ਤਾਂ ਕਿੰਨਾ ਪ੍ਰੋਡਿਊਸ ਹੋ ਰਿਹਾ ਹੈ, ਗਿਵਨ ਇਕੁਏਸ਼ਨ ਦੇ ਅਕੋਰਡਿੰਗ ਤਾਂ ਆ ਜਾਏਗਾ। ਫਿਰ ਇੱਕ ਕਰਾਂਗੇ ਤਾਂ ਕਿੰਨਾ ਹੋਏਗਾ, ਜੇ ਇੰਨਾ ਅਸੀਂ ਕਾਪਰ ਕਾਰਬੋਨੇਟ ਨੂੰ ਡੀਕੰਪੋਜ਼ ਕਰਾਂਗੇ ਤਾਂ ਕਿੰਨਾ ਮਾਸ ਆਏਗਾ। ਠੀਕ ਹੈ, ਇਹ ਤੁਸੀਂ ਆਪਣੇ ਆਪ ਸੋਲਵ ਕਰਕੇ ਦੱਸਣਾ ਹੈ ਕਿ ਕਿੰਨਾ ਇਹਦਾ ਆਨਸਰ ਆਏਗਾ। ਠੀਕ ਹੈ, ਅੱਗੇ ਬੜੇ ਨੈਕਸਟ ਟੌਪਿਕ ਹੈ ਜਿਹੜਾ ਉਹ ਹੈ ਤੁਹਾਡਾ ਲਿਮਿਟਿੰਗ ਰਿਐਕਟੈਂਟ। ਲਿਮਿਟਿੰਗ ਰਿਐਕਟੈਂਟ, ਲਿਮਿਟਿੰਗ ਰਿਐਕਟੈਂਟ ਅਸੀਂ ਕਿਹਨੂੰ ਕਹਿੰਦੇ ਹਾਂ ਬੇਟੇ, ਜਦੋਂ ਕੋਈ ਕੈਮੀਕਲ ਰਿਐਕਸ਼ਨ ਹੁੰਦਾ ਹੈ ਬਟ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਦੇ ਸਾਰੇ ਰਿਐਕਟੈਂਟ ਹੈ ਜਿਹੜੇ ਉਹ ਕੰਜ਼ਿਊਮ ਹੋ ਜਾਣ, ਕਿ ਉਹ ਕੰਪਲੀਟਲੀ ਕੰਜ਼ਿਊਮ ਹੋ ਜਾਣ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ। ਕਈ ਵਾਰੀ ਕੀ ਹੁੰਦਾ ਹੈ ਕਿਸੇ ਇੱਕ ਰਿਐਕਟੈਂਟ ਦੇ ਖਤਮ ਹੋਣ ਨਾਲ ਜਿਹੜਾ ਰਿਐਕਸ਼ਨ ਹੈ ਉਹ ਰੁਕ ਜਾਂਦਾ ਹੈ। ਠੀਕ ਹੈ, ਜਿਵੇਂ ਆਪਾਂ ਗੈਸ ਜਲਾਉਂਦੇ ਹਾਂ ਖਾਣਾ ਪਕਾਉਣ ਲਈ, ਅਸੀਂ ਗੈਸ ਜਲਾਈ ਜਾਂਦੇ ਹਾਂ, ਕੀ ਚੀਜ਼ਾਂ ਚਾਹੀਦੀਆਂ ਬੇਟੇ, ਦੋ ਚਾਹੀਦੀਆਂ, ਇੱਕ ਗੈਸ ਚਾਹੀਦੀ ਹੈ, ਇੱਕ ਆਕਸੀਜਨ ਚਾਹੀਦੀ ਹੈ ਉਹਦੇ ਲਈ ਜਲਣ ਲਈ। ਠੀਕ ਹੈ, ਸਾਡੇ ਕੋਲੇ ਆਕਸੀਜਨ ਤਾਂ ਕੀ ਹੈ, ਸਪਲਾਈ ਬਹੁਤ ਹੈ, ਐਕਸੈਸ ਦੇ ਵਿੱਚ ਹੈ, ਪਰ ਗੈਸ ਦੀ ਸਪਲਾਈ ਸਾਡੇ ਕੋਲੇ ਕੀ ਹੈ, ਲਿਮਟਿਡ ਹੈ। ਜਦੋਂ ਤੱਕ ਸਿਲੰਡਰ ਦੇ ਵਿੱਚ ਗੈਸ ਹੈ ਉਦੋਂ ਤੱਕ ਕੀ ਹੈ, ਚੱਲੀ ਜਾਏਗਾ ਫਿਊਲ, ਮਤਲਬ ਕਿ ਆਪਾਂ ਹੀਟ ਸਾਨੂੰ ਮਿਲਦੀ ਰਹੇਗੀ, ਐਨਰਜੀ ਮਿਲਦੀ ਰਹੇਗੀ। ਪਰ ਜਦੋਂ ਗੈਸ ਖਤਮ ਹੋ ਗਈ ਤਾਂ ਫਿਰ ਕੀ ਹੋਏਗਾ, ਆਕਸੀਜਨ ਤਾਂ ਹਲੇ ਵੀ ਹੈਗੀ ਹੈ ਨਾ, ਪਰ ਇੱਕ ਰਿਐਕਟੈਂਟ ਕੀ ਹੋ ਗਿਆ ਬੇਟੇ, ਖਤਮ ਹੋ ਗਿਆ, ਤਾਂ ਉਦੋਂ ਰਿਐਕਸ਼ਨ ਕੀ ਹੋ ਜਾਏਗਾ, ਰੁਕ ਜਾਏਗਾ। ਤਾਂ ਉੱਥੇ ਸਾਡੇ ਕੋਲੇ ਕੀ ਹੋ ਗਿਆ, ਜਿਹੜਾ ਸਾਡਾ ਫਿਊਲ ਹੈ, ਜਿਹੜੀ ਅਸੀਂ ਜਲਾ ਰਹੇ ਹਾਂ ਗੈਸ, ਉਹ ਕੀ ਹੋ ਗਈ ਬੇਟੇ, ਲਿਮਿਟਿੰਗ ਰਿਐਕਟੈਂਟ। ਉਹ ਲਿਮਿਟ ਕਰ ਦੇਗਾ, ਉਹ ਰਿਐਕਸ਼ਨ ਨੂੰ ਰੋਕ ਦੇਗਾ। ਮਤਲਬ ਕਿ ਜਿਹੜੀ ਪ੍ਰੋਡਕਟ ਬਣਨੀ ਹੈ ਨਾ, ਦੀ ਅਮਾਊਂਟ ਹੈ ਨਾ ਜਿਹੜੀ, ਉਹ ਕਿਹਦੇ 'ਤੇ ਡਿਪੈਂਡ ਕਰੇਗੀ, ਲਿਮਿਟਿੰਗ ਰਿਐਕਟੈਂਟ 'ਤੇ। ਜਦੋਂ ਉਹ ਖਤਮ ਹੋ ਗਿਆ ਤਾਂ ਰਿਐਕਸ਼ਨ ਦੀ ਪ੍ਰੋਡਕਟ ਬਣਨੀ ਵੀ ਖਤਮ ਹੋ ਜਾਏਗੀ। ਹੁਣ ਇਹਦੇ ਵਾਸਤੇ ਬੇਟੇ ਆਪਾਂ ਕੀ ਹੈ, ਐਗਜ਼ਾਮਪਲ ਲੈ ਸਕਦੇ ਹਾਂ। ਜਿਵੇਂ ਆਪਾਂ ਕਹਿ ਦਈਏ ਕਿ ਇੱਕ ਸਾਈਕਲ ਫੈਕਟਰੀ ਹੈ, ਉਹਦੇ ਵਿੱਚ ਸਾਈਕਲ ਬਣਦੇ ਹੈ, ਉਹਦੇ ਵਿੱਚ ਅਲੱਗ-ਅਲੱਗ ਪਾਰਟਸ ਹੈ ਜਿਹੜੇ ਸਾਈਕਲ ਦੇ, ਕਿਸੇ ਥਾਂ 'ਤੇ ਕਿੰਨੇ ਕੁਛ ਬਣ ਰਹੇ ਹੈ, ਕਿਸੇ ਉੱਤੇ ਟਾਇਰ ਬਣ ਰਹੇ ਹੈ, ਕਿੱਥੇ ਉਹਦੇ ਪੈਡਲਸ ਬਣ ਰਹੇ ਹੈ, ਕਿੱਥੇ ਉਹਦੇ ਹੈਂਡਲ ਬਣ ਰਹੇ ਹੈ, ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਚੀਜ਼ਾਂ ਬਣ ਰਹੀਆਂ। ਸਪੋਜ਼ ਕਰੋ ਦਿਨ ਦੇ ਵਿੱਚ 200 ਦੇ ਜਿਹੜੇ ਹੈਂਡਲ ਹੈ ਉਹ ਬਣ ਰਹੇ ਹੈ, 200 ਹੈਂਡਲ ਬਣ ਰਹੇ ਹੈ। ਠੀਕ ਹੈ, ਚੇਨਸ ਹੈ ਜਿਹੜੀਆਂ ਉਹਦੀਆਂ ਉਹ 100 ਬਣ ਰਹੀਆਂ। ਇੱਕ ਦਿਨ ਦੇ ਵਿੱਚ 100 ਚੇਨਸ ਬਣ ਰਹੀਆਂ ਅਤੇ 200 ਹੈਂਡਲ ਬਣ ਰਹੇ ਹੈ। ਠੀਕ ਹੈ, ਜਿਹੜੇ ਉਹਦੇ ਜਿਹੜੇ ਆਪਾਂ ਮੰਨ ਲਓ ਤੁਸੀਂ ਸੀਟ ਕਵਰ ਹੈ, ਉਹ ਕਿੰਨੇ ਬਣ ਰਹੇ ਹੈ, 300 ਬਣ ਰਹੇ ਹੈ। ਸੀਟ ਕਵਰ 300 ਬਣ ਰਹੇ ਹੈ, ਪਰ ਸ਼ਾਮ ਤੱਕ ਫੈਕਟਰੀ ਦੇ ਵਿੱਚ ਕਿੰਨੇ ਸਾਈਕਲ ਬਣਨਗੇ ਉਹ ਕੌਣ ਡਿਸਾਈਡ ਕਰੇਗਾ, ਜਿਹੜੀ ਚੀਜ਼ ਸਭ ਤੋਂ ਘੱਟ ਪ੍ਰੋਡਿਊਸ ਹੋ ਰਹੀ ਹੈ। ਤਾਂ ਚੇਨਸ ਕਿੰਨੀਆਂ ਸੀ ਬੇਟੇ, ਸਿਰਫ 100 ਹੀ ਬਣ ਰਹੀਆਂ ਸੀ। ਤਾਂ ਇੱਕ ਸਾਈਕਲ ਵਾਸਤੇ ਇੱਕ ਚੇਨ ਚਾਹੀਦੀ ਹੈ, ਤਾਂ ਇਹਦਾ ਮਤਲਬ 100 ਸਾਈਕਲ ਹੈ ਜਿਹੜੇ ਉਹ ਕੰਪਲੀਟ ਹੋ ਸਕਦੇ ਆ, ਬਾਕੀ ਚੀਜ਼ਾਂ ਜਿੰਨੀਆਂ ਮਰਜ਼ੀ ਬਣੀ ਜਾਣ। ਇੱਕ ਚੀਜ਼ ਜਦੋਂ ਖਤਮ ਹੋ ਗਈ ਤਾਂ ਸਾਈਕਲ ਕੰਪਲੀਟ ਨਹੀਂ ਹੋ ਸਕੇਗਾ। ਤਾਂ ਉਹ ਲਿਮਿਟ ਕਰਤਾ ਉਹਨੇ ਕਿ ਇਹ ਸਾਈਕਲ ਉਦੋਂ ਬਣਨੇ ਬੰਦ ਹੋ ਜਾਣਗੇ, ਉਹਨੂੰ ਅਸੀਂ ਲਿਮਿਟਿੰਗ। ਅਤੇ ਅਸੀਂ ਕੈਮਿਸਟਰੀ ਦੇ ਵਿੱਚ ਜਿਹੜਾ ਰੀਜੈਂਟ ਜਾਂ ਕੈਮੀਕਲ ਕਹਿ ਦਿਓ, ਜਿਹੜਾ ਘੱਟ ਅਮਾਊਂਟ ਦੇ ਵਿੱਚ ਹੋਏਗਾ, ਜਿਹੜਾ ਕੰਪਲੀਟਲੀ ਯੂਜ਼ਡ ਹੋ ਜਾਏਗਾ, ਉਹਨੂੰ ਅਸੀਂ ਕੀ ਕਹਾਂਗੇ, ਲਿਮਿਟਿੰਗ ਰਿਐਕਟੈਂਟ ਜਾਂ ਲਿਮਿਟਿੰਗ ਰੀਏਜੈਂਟ। ਤਾਂ ਆਪਾਂ ਕੀ ਕਹਿ ਸਕਦੇ ਹਾਂ ਬੇਟੇ, ਆਲ ਦ ਰਿਐਕਟੈਂਟਸ ਆਰ ਨਾਟ ਕੰਜ਼ਿਊਮਡ ਕੰਪਲੀਟਲੀ ਇਨ ਦ ਕੈਮੀਕਲ ਰਿਐਕਸ਼ਨ। ਦ ਰਿਐਕਟੈਂਟ ਦੈਟ ਇਜ਼ ਇੰਟਾਇਰਲੀ ਕੰਜ਼ਿਊਮਡ ਵੈਨ ਅ ਰਿਐਕਸ਼ਨ ਗੋਜ਼ ਟੂ ਕੰਪਲੀਸ਼ਨ। ਜਦੋਂ ਰਿਐਕਸ਼ਨ ਕੰਪਲੀਟ ਹੁੰਦਾ ਹੈ ਤਾਂ ਇੱਕ ਜਿਹੜਾ ਰਿਐਕਟੈਂਟ ਹੈ ਉਹ ਪੂਰੇ ਦਾ ਪੂਰਾ ਯੂਜ਼ ਹੋ ਜਾਵੇ, ਇਜ਼ ਕਾਲਡ ਲਿਮਿਟਿੰਗ ਰਿਐਕਟੈਂਟ। ਇਟ ਮੀਨਸ the moles of the product are always determined by the starting moles of the limiting reactant। ਜਿਹੜਾ ਲਿਮਿਟਿੰਗ ਰਿਐਕਟੈਂਟ ਹੈ ਨਾ, ਜਿੰਨੇ ਮੋਲਸ ਉਹਦੇ ਹੈ ਜਾਂ ਜਿੰਨੀ ਅਮਾਊਂਟ ਸਾਡੇ ਕੋਲੇ ਲਿਮਿਟਿੰਗ ਰਿਐਕਟੈਂਟ ਦੀ ਹੈ, ਉਹੀ ਡਿਸਾਈਡ ਕਰੇਗਾ ਕਿ ਪ੍ਰੋਡਕਟ ਕਿੰਨੀ ਬਣੇਗੀ। ਇਟ ਮੀਨਸ ਦ ਲਿਮਿਟਿੰਗ ਰਿਐਕਟੈਂਟ ਲਿਮਿਟਸ ਦ ਅਮਾਊਂਟ ਆਫ ਪ੍ਰੋਡਕਟ ਦੈਟ ਕੈਨ ਬੀ ਫੋਰਮਡ।
ਕਿੰਨੀ ਪ੍ਰੋਡਕਟ ਅਸੀਂ ਬਣਾ ਸਕਦੇ ਹਾਂ। ਇਹਦਾ ਮਤਲਬ ਜਿਹੜੀਆਂ ਸਟੋਕਿਓਮੈਟ੍ਰਿਕ ਕੈਲਕੂਲੇਸ਼ਨਸ ਅਸੀਂ ਕਰਨੀਆਂ ਉਹਦੇ ਵਿੱਚ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਲਿਮਟਿੰਗ ਰਿਐਕਟੈਂਟ। ਇਹਨੂੰ ਬਹੁਤ ਧਿਆਨ 'ਚ ਸਾਨੂੰ ਰੱਖਣਾ ਪਏਗਾ ਜਦੋਂ ਵੀ ਅਸੀਂ ਕੈਲਕੂਲੇਸ਼ਨਸ ਕਰਾਂਗੇ। ਕਲੀਅਰ ਹੋ ਗਿਆ। ਇਹਦੇ ਵਾਸਤੇ ਆਪਾਂ ਬੇਟੇ ਨਿਊਮੈਰੀਕਲ ਕਰਦੇ ਹਾਂ, ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਏਗਾ। ਜਿਵੇਂ ਸਾਡੇ ਕੋਲ ਨਿਊਮੈਰੀਕਲ ਹੈ 3 grams of hydrogen react with 29 grams of oxygen to yield water। ਠੀਕ ਹੈ, 3 ਗ੍ਰਾਮ ਹਾਈਡਰੋਜਨ ਰਿਐਕਟ ਕਰ ਰਹੀ ਹੈ 29 grams of oxygen ਨਾਲ, ਤੇ ਕੀ ਬਣ ਰਿਹਾ ਹੈ ਵਾਟਰ। ਮਤਲਬ ਸਾਨੂੰ ਇਹ ਇਕੁਏਸ਼ਨ ਲਿਖਣੀ ਆਉਣੀ ਚਾਹੀਦੀ ਹੈ। ਇਹ ਅਸੀਂ ਇਕੁਏਸ਼ਨ ਲਿਖਾਂ, ਕੈਮੀਕਲ ਰਿਐਕਸ਼ਨ ਜਿਹੜਾ ਹੈ ਉਹਨੂੰ ਅਸੀਂ ਕੈਮੀਕਲ ਇਕੁਏਸ਼ਨ ਦੇ ਵਿੱਚ ਲਿਖਾਂਗੇ ਪਹਿਲਾਂ। ਠੀਕ ਹੈ, ਹੁਣ ਅਸੀਂ ਕੈਲਕੂਲੇਟ ਕੀ ਕਰਨਾ ਬੇਟੇ, 3 ਚੀਜ਼ਾਂ ਦੇ ਅਸੀਂ ਆਨਸਰ ਦੇਣੇ ਆ। ਪਹਿਲਾ ਸਾਡਾ ਕੁਐਸਚਨ ਕੀ ਹੈ, ਵਿਚ ਇਜ਼ ਲਿਮਟਿੰਗ ਰਿਐਕਟੈਂਟ। 2 ਰਿਐਕਟੈਂਟ ਹੈ ਸਾਡੇ ਕੋਲ, ਹਾਈਡਰੋਜਨ ਐਂਡ ਆਕਸੀਜਨ। ਇਹਨਾਂ ਦੇ ਵਿੱਚੋਂ ਲਿਮਟਿੰਗ ਰਿਐਕਟੈਂਟ ਕਿਹੜਾ ਹੈ, ਹਾਈਡਰੋਜਨ ਹੈ ਜਾਂ ਆਕਸੀਜਨ, ਆਪਾਂ ਇਹ ਦੱਸਣਾ। ਦੂਜੀ ਚੀਜ਼, ਕੈਲਕੂਲੇਟ ਮੈਕਸਿਮਮ ਅਮਾਊਂਟ ਆਫ ਵਾਟਰ ਫਾਰਮਡ। ਮੈਕਸਿਮਮ ਵਾਟਰ ਕਿੰਨਾ ਬਣ ਸਕੇਗਾ ਉਹ ਕੌਣ ਡਿਸਾਈਡ ਕਰੇਗਾ, ਲਿਮਟਿੰਗ ਰਿਐਕਟੈਂਟ। ਠੀਕ ਹੈ, ਤੀਸਰੀ ਚੀਜ਼ ਆਪਾਂ ਕੀ ਕੈਲਕੂਲੇਟ ਕਰਨੀ ਹੈ, ਕੈਲਕੂਲੇਟ ਅਮਾਊਂਟ ਆਫ ਦ ਰਿਐਕਟੈਂਟ ਰੀਮੇਨਸ ਅਨਰੀਐਕਟਿਡ। ਕਿਹੜਾ ਜਿਹੜਾ ਤੁਹਾਡੇ ਕੋਲੇ ਰਿਐਕਟੈਂਟ ਹੈ ਉਹ ਅਨਰੀਐਕਟਿਡ ਬਚਿਆ, ਮਤਲਬ ਐਕਸੈਸ ਦੇ ਵਿੱਚ ਸੀ ਜਿਹੜਾ ਉਹ ਬਚ ਗਿਆ, ਤੇ ਕਿੰਨਾ ਬਚ ਗਿਆ ਉਹਦੀ ਅਮਾਊਂਟ ਦੱਸਣੀ ਹੈ ਆਪਾਂ ਕਿਵੇਂ। ਕਲੀਅਰ। ਸਭ ਤੋਂ ਪਹਿਲਾਂ ਕੀ ਆਪਾਂ ਕਰਾਂਗੇ, ਇਕੁਏਸ਼ਨ ਲਿਖਾਂਗੇ। ਤਾਂ ਇਕੁਏਸ਼ਨ ਸਾਡੇ ਕੋਲੇ ਕੀ ਹੈ ਬੇਟੇ, H2 + O2 ਗਿਵਸ H2O। ਹਾਈਡਰੋਜਨ ਤੇ ਆਕਸੀਜਨ ਮਿਲ ਕੇ ਕੀ ਬਣਾ ਰਿਹਾ, ਵਾਟਰ। ਠੀਕ ਹੈ, ਇਹਨੂੰ ਆਪਾਂ ਬੈਲੈਂਸ ਕਰਾਂਗੇ ਕਿਉਂਕਿ ਇੱਥੇ O ਹੈ ਤੇ ਇਹਨੂੰ 2 ਬਣਾਉਣ ਵਾਸਤੇ ਅਸੀਂ 2 ਅੱਗੇ ਲਗਾ ਦਾਂਗੇ, ਕਿਉਂਕਿ ਅਸੀਂ ਇੱਥੇ ਨਹੀਂ ਕੁਝ ਵੀ ਲਗਾ ਸਕਦੇ। ਤੁਹਾਨੂੰ 10th ਦੇ ਵਿੱਚ ਤੁਸੀਂ ਬਹੁਤ ਅੱਛੀ ਤਰ੍ਹਾਂ ਇਕੁਏਸ਼ਨਸ ਕੀਤੀਆਂ ਹੋਈਆਂ। ਠੀਕ ਹੈ, ਤਾਂ ਆਪਾਂ 2 ਅੱਗੇ ਲਗਾ ਲਿਆ ਕਿਉਂਕਿ ਜਿਹੜਾ ਵੀ ਅਸੀਂ ਲਗਾਉਣੀ ਹੈ ਇਹਨੂੰ ਬੈਲੈਂਸ ਕਰਨਗੇ ਅਸੀਂ ਅੱਗੇ ਲਗਾਵਾਂਗੇ, ਉਹ ਸਾਰਿਆਂ ਨਾਲ ਮਲਟੀਪਲਾਈ ਹੋਏਗਾ। ਤਾਂ ਹੁਣ ਇੱਥੇ ਹਾਈਡਰੋਜਨ 4 ਬਣ ਗਏ ਤਾਂ ਆਪਾਂ ਮੂਰੇ 2 ਲਗਾ ਦਾਂਗੇ, ਇਹਨੂੰ ਬੈਲੈਂਸ ਕਰ ਲਿਆ। ਹੁਣ ਆਪਾਂ ਬੈਲੈਂਸਡ ਇਕੁਏਸ਼ਨ ਇਹ ਕੈਮੀਕਲ ਰਿਐਕਟੈਂਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਹੁਣ ਆਪਾਂ ਇਹਦੇ ਮੋਲਸ ਤੇ ਗ੍ਰਾਮਸ, ਆਪਾਂ ਨੂੰ ਮੋਲਸ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲੇ ਗ੍ਰਾਮ ਹੀ ਚਾਹੀਦੇ ਆ, ਤੇ ਅਸੀਂ ਗ੍ਰਾਮਸ ਦੇ ਵਿੱਚ ਹੀ ਅਸੀਂ ਇਹਨੂੰ ਲਿਖਾਂਗੇ। ਤਾਂ ਇਹਦੇ ਸਾਰਿਆਂ ਦੇ ਅਸੀਂ ਗ੍ਰਾਮਸ ਕੱਢ ਲਏ ਕਿ ਕਿੰਨੇ ਕਿੰਨੇ ਗ੍ਰਾਮਸ ਹੈ। 4 ਗ੍ਰਾਮਸ ਤੋਂ ਕਿੰਨੀ ਪ੍ਰੋਡਕਟ ਬਣਨੀ ਹੈ ਪਤਾ ਸਾਨੂੰ, ਇਹਦੇ ਇੰਨੇ ਗ੍ਰਾਮ ਤੋਂ ਕਿੰਨੀ ਬਣੇਗੀ ਇਹ ਕੈਲਕੂਲੇਟ ਕਰ ਲਓ। ਇਸੇ ਤਰ੍ਹਾਂ ਆਕਸੀਜਨ ਤੋਂ, ਇਸੇ ਤਰ੍ਹਾਂ ਕੀ ਕਰੋ, ਆਕਸੀਜਨ ਤੋਂ ਕੈਲਕੂਲੇਟ ਕਰ ਲਓ। ਦੋਨੋਂ ਤੋਂ ਕੈਲਕੂਲੇਟ ਕਰ ਲਾਂਗੇ ਆਪਾਂ। ਜਿਸ ਰਿਐਕਟੈਂਟ ਤੋਂ ਪ੍ਰੋਡਕਟ ਦੀ ਅਮਾਊਂਟ ਘੱਟ ਬਣੇਗੀ ਉਹ ਰਿਐਕਟੈਂਟ ਕੀ ਹੋਏਗਾ, ਲਿਮਟਿੰਗ ਰਿਐਕਟੈਂਟ ਹੋਏਗਾ। ਬਸ ਸਿੰਪਲ ਜਿਹਾ ਮੈਥਡ ਕਿ ਦੋਨਾਂ ਤੋਂ ਪ੍ਰੋਡਕਟ ਬਣਾ ਕੇ ਦੇਖ ਲਓ। ਦੋਨਾਂ ਤੋਂ ਕੀ ਬਣਾਓ, ਪ੍ਰੋਡਕਟ। ਜਿਹਦੇ ਤੋਂ ਘੱਟ ਪ੍ਰੋਡਕਟ ਬਣੇਗੀ ਉਹ ਕੀ ਹੋਏਗਾ, ਲਿਮਟਿੰਗ ਰਿਐਕਟੈਂਟ। ਹੁਣ ਆਪਾਂ ਦੋਨਾਂ ਤੋਂ ਬਣਾ ਕੇ ਦੇਖਦੇ ਹਾਂ, ਹਾਈਡਰੋਜਨ ਤੇ ਆਕਸੀਜਨ ਤੋਂ। ਪਹਿਲਾਂ ਆਪਾਂ ਹਾਈਡਰੋਜਨ ਤੋਂ ਲੈਂਦੇ ਹਾਂ। 4 ਗ੍ਰਾਮਸ ਪਹਿਲਾਂ ਪਹਿਲੀ ਜਿਹੜੀ ਲਾਈਨ ਲਿਖਣੀ ਹੈ ਹਮੇਸ਼ਾ ਤੁਸੀਂ ਜੋ ਤੁਹਾਡੇ ਕੋਲੇ ਬੈਲੈਂਸਡ ਕੈਮੀਕਲ ਇਕੁਏਸ਼ਨ ਤੋਂ ਡਾਟਾ ਮਿਲਦਾ ਸਾਨੂੰ ਉਹ ਲਿਖੋਗੇ ਪਹਿਲਾਂ ਹਮੇਸ਼ਾ। 4 grams of hydrogen gives water is equal to 36 gram। ਇਹ ਸਾਨੂੰ ਪਤਾ ਹੈ, ਇਕੁਏਸ਼ਨ ਤੋਂ ਪਤਾ ਸਾਨੂੰ। ਠੀਕ ਹੈ, ਤਾਂ 4 grams of hydrogen gives water is equal to 36। 1 ਗ੍ਰਾਮ ਤੋਂ ਕਿੰਨਾ ਮਿਲੇਗਾ ਤੇ 3 ਗ੍ਰਾਮ ਤੋਂ ਕਿੰਨਾ ਮਿਲੇਗਾ, ਕਿਉਂਕਿ ਹਾਈਡਰੋਜਨ ਗਿਵਨ ਕਿੰਨਾ ਹੈ 3 grams। 3 grams ਤੋਂ ਕਿੰਨਾ ਮਿਲੇਗਾ, ਤਾਂ ਸਾਡੇ ਕੋਲੇ ਕੀ ਆ ਗਿਆ 27 grams। ਠੀਕ ਹੈ, ਤਾਂ ਜਿਹੜੀ ਤੁਹਾਡੇ ਕੋਲੇ ਵਾਟਰ ਪ੍ਰੋਡਿਊਸ ਹੋ ਰਿਹਾ ਹੈ ਹਾਈਡਰੋਜਨ ਦੇ ਮਤਲਬ ਉਸ ਨਾਲ, ਜੇ ਆਪਾਂ ਹਾਈਡਰੋਜਨ ਦੇ ਬੇਸ ਤੇ ਕਰੀਏ ਤਾਂ ਕਿੰਨਾ ਬਣ ਰਿਹਾ ਤੁਹਾਡੇ ਕੋਲੇ ਵਾਟਰ 27 ਗ੍ਰਾਮਸ। ਗ੍ਰਾਮਸ ਅਸੀਂ ਕੈਲਕੂਲੇਟ ਕਰਾਂਗੇ। ਹਾਈਡਰੋਜਨ ਕਿੰਨੀ ਹੋ ਗਈ ਬੇਟੇ 4 ਹਾਈਡਰੋਜਨ, ਇੱਕ ਦਾ ਕਿੰਨਾ ਮਾਸ ਹੁੰਦਾ ਹੈ 1, ਤਾਂ ਕਿੰਨਾ ਹੋ ਗਿਆ 4 ਗ੍ਰਾਮਸ ਹੋ ਗਿਆ। ਆਕਸੀਜਨ 2 ਹੈ, ਇੱਕ ਆਕਸੀਜਨ ਦਾ ਮਾਸ ਕਿੰਨਾ ਹੁੰਦਾ ਹੈ 16, ਤਾਂ ਕਿੰਨਾ ਹੋ ਗਿਆ 32। ਹਾਈਡਰੋਜਨ ਕਿੰਨਾ 4, ਇੱਕ ਦਾ 1 ਹੁੰਦਾ ਹੈ, ਤੇ ਆਕਸੀਜਨ ਕਿੰਨੀਆਂ ਹੋ ਗਈਆਂ ਬੇਟੇ 2, ਇੱਕ ਆਕਸੀਜਨ ਦਾ ਮਾਸ 16, ਤਾਂ ਕਿੰਨਾ ਬਣ ਗਿਆ 36। ਤਾਂ 4 grams of hydrogen combine with 32 grams of oxygen to give 36 grams of water। ਇਹ ਸਾਡੀ ਬੈਲੈਂਸਡ ਇਕੁਏਸ਼ਨ ਤੋਂ ਇਨਫੋਰਮੇਸ਼ਨ ਜੋ ਮਿਲਦੀ ਹੈ ਉਹ ਸਾਨੂੰ, ਇਹ ਸਭ ਤੋਂ ਪਹਿਲਾਂ ਜੋ ਵੀ ਤੁਹਾਡੇ ਕੋਲੇ ਰਿਐਕਸ਼ਨ ਆਉਂਦਾ ਨਾ ਜੇ ਸਟੋਕਿਓਮੈਟਰੀ ਦਾ, ਤਾਂ ਹਮੇਸ਼ਾ ਤੁਸੀਂ ਪਹਿਲਾਂ ਇਸ ਇਕੁਏਸ਼ਨ ਜੋ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਇਹਦੇ ਅਕੋਰਡਿੰਗ ਕਿ ਤੁਹਾਨੂੰ ਨੰਬਰ ਆਫ ਮੋਲ ਚਾਹੀਦੇ ਹੈ ਜਾਂ ਮਾਸ ਚਾਹੀਦਾ ਹੈ, ਉਹ ਚੀਜ਼ ਇੱਥੇ ਲਿਖ ਲਓ। ਉਹ ਆਪਾਂ ਲਿਖ ਲਿਆ। ਠੀਕ ਹੈ, ਇਹ ਸਾਨੂੰ ਪਤਾ ਹੈ, ਇਸ ਤੋਂ ਪਤਾ ਲੱਗ ਰਿਹਾ। ਹੁਣ ਤੁਸੀਂ ਦੇਖੋ ਤੁਹਾਨੂੰ ਗਿਵਨ ਕੀ ਹੈ, ਹਾਈਡਰੋਜਨ ਕਿੰਨੀ ਗਿਵਨ ਹੈ ਬੇਟੇ 3 grams, ਆਕਸੀਜਨ ਕਿੰਨੀ ਗਿਵਨ ਹੈ 29 grams, ਵਾਟਰ ਕਿੰਨਾ ਹੈ ਉਹ ਅਸੀਂ ਕੈਲਕੂਲੇਟ ਕਰਨਾ ਹੈ। ਆਪਾਂ ਇੱਥੇ ਕੁਐਸਚਨ ਮਾਰਕ ਲਾ ਲਿਆ, ਇਹ ਅਸੀਂ ਕੈਲਕੂਲੇਟ ਕਰਨਾ ਹੈ। ਠੀਕ ਹੈ, ਹੁਣ ਆਪਾਂ ਯੂਨਿਟਰੀ ਮੈਥਡ ਲਗਾਵਾਂਗੇ।
ਹੁਣ ਤੁਸੀਂ ਕੀ ਹੈ ਇਹਦੇ ਵਾਸਤੇ ਬੇਟੇ, ਇੱਕ ਤੁਹਾਡੇ ਲਈ ਛੋਟਾ ਜਿਹਾ ਮਤਲਬ ਟ੍ਰਿਕ ਕੀ ਹੈ ਤਾਂ ਯਾਦ ਰੱਖਣਾ ਤੁਸੀਂ ਕਿ ਲਿਮਟਿੰਗ ਰਿਐਕਟੈਂਟ ਕੱਢਣ ਵਾਸਤੇ ਤੁਸੀਂ ਕੀ ਕਰੋਗੇ, ਦੋਨੋਂ ਰਿਐਕਟੈਂਟ ਦੇ ਨਾਲ ਪ੍ਰੋਡਕਟ ਬਣਾ ਕੇ ਦੇਖੋ। ਇਹਦੇ ਨਾਲ ਵੀ ਪ੍ਰੋਡਕਟ, ਇਹਦੇ ਅਕੋਰਡਿੰਗ ਵੀ ਪ੍ਰੋਡਕਟ ਬਣਾਓ ਤੇ ਇਹਦੇ ਅਕੋਰਡਿੰਗ ਵੀ ਪ੍ਰੋਡਕਟ ਬਣਾਓ। ਇਹਦੇ ਹੁਣ ਆਪਾਂ ਜੇ ਬੇਟੇ ਆਕਸੀਜਨ ਦੇ ਹਿਸਾਬ ਨਾਲ ਕੱਢਣਾ ਹੋਵੇ, ਆਕਸੀਜਨ ਦੇ ਬੇਸ ਤੇ ਆਪਾਂ ਆਕਸੀਜਨ ਜੇ ਯੂਜ਼ ਨਾਲ ਆਪਾਂ ਵਾਟਰ ਬਣਾਉਣਾ ਤਾਂ ਫਿਰ ਕਿੰਨਾ ਕਰਾਂਗੇ। ਜਦੋਂ ਆਪਾਂ ਇਕੁਏਸ਼ਨਸ ਦੇ ਵਿੱਚ ਦੇਖਿਆ ਸੀ, ਜਿਹੜੀ ਆਪਾਂ ਇਕੁਏਸ਼ਨ ਦੇਖੀ ਹੈ ਤਾਂ ਇਹਦੇ ਅਕੋਰਡਿੰਗ ਕਿੰਨਾ ਹੈ 32 grams ਆਫ ਆਕਸੀਜਨ ਯੂਜ਼ਡ ਟੂ ਗਿਵ 36 grams ਆਫ ਵਾਟਰ। ਠੀਕ ਹੈ, 32 ਤੋਂ ਕਿੰਨਾ ਬਣ ਰਿਹਾ 36, ਪਰ ਗਿਵਨ ਕਿੰਨੀ ਹੈ ਆਕਸੀਜਨ 29। ਹੁਣ ਆਪਾਂ ਇਹਦੇ ਬੇਸ ਤੇ ਬਣਾਵਾਂਗੇ। ਠੀਕ ਹੈ, ਹੁਣ ਇਹਦੇ ਬੇਸ ਤੇ ਆਪਾਂ ਕੀ ਹੈਗਾ 32 grams ਆਫ ਆਕਸੀਜਨ ਗਿਵਸ ਵਾਟਰ ਇਜ਼ ਇਕੁਅਲ ਟੂ 36 grams, ਤਾਂ ਕਿੰਨਾ ਬਣਾ ਰਿਹਾ 36 grams। 1 ਗ੍ਰਾਮ ਤੋਂ ਕਿੰਨਾ ਬਣੇਗਾ 36 upon 32, ਯੂਨਿਟਰੀ ਮੈਥਡ ਸਿੰਪਲ। 29 grams ਆਫ ਆਕਸੀਜਨ ਗਿਵਸ ਵਾਟਰ ਇਜ਼ ਇਕੁਅਲ ਟੂ ਮਲਟੀਪਲਾਈਡ ਬਾਈ 29, ਤਾਂ ਕਿੰਨਾ ਆ ਗਿਆ 32.6 ਵਾਟਰ ਬਣੇਗਾ। ਹੁਣ ਮੈਂ ਤੁਹਾਨੂੰ ਕੀ ਕਿਹਾ ਸੀ ਬੇਟੇ ਕਿ ਤੁਸੀਂ ਕੀ ਯਾਦ ਰੱਖਣਾ ਹੈ ਕਿ ਜਿਸ ਵੀ ਰਿਐਕਟੈਂਟ ਦੇ ਨਾਲ ਪ੍ਰੋਡਕਟ ਘੱਟ ਬਣੇਗੀ ਉਹ ਲਿਮਟਿੰਗ ਰਿਐਕਟੈਂਟ ਹੋਏਗਾ। ਹੁਣ ਇਹਦੇ ਨਾਲ ਪ੍ਰੋਡਕਟ ਕਿੰਨੀ ਬਣ ਰਹੀ ਹੈ 32.60। ਜਦੋਂ ਆਪਾਂ ਹਾਈਡਰੋਜਨ ਦੇ ਬੇਸ ਤੇ ਬਣਾਈ ਸੀ ਤਾਂ ਉਹ ਕਿੰਨੀ ਬਣ ਰਹੀ ਸੀ 27। ਤਾਂ ਇਹਦਾ ਮਤਲਬ ਕੀ ਹੈ ਹਾਈਡਰੋਜਨ ਇਜ਼ ਲਿਮਟਿੰਗ ਰਿਐਕਟੈਂਟ। ਤਾਂ ਇਹਦੇ ਵਿੱਚੋਂ ਹਾਈਡਰੋਜਨ ਹੈ ਜਿਹੜਾ ਉਹ ਕੀ ਹੈ ਲਿਮਟਿੰਗ ਰਿਐਕਟੈਂਟ ਹੈ। ਸਮਝ ਆ ਗਈ ਇਸ ਚੀਜ਼ ਦੀ। ਧਿਆਨ ਰੱਖਣਾ ਬੇਟੇ ਕਿ ਜਿਸ ਰਿਐਕਟੈਂਟ ਦੇ ਨਾਲ ਘੱਟ ਪ੍ਰੋਡਕਟ ਬਣੇਗੀ ਉਹ ਲਿਮਟਿੰਗ ਰਿਐਕਟੈਂਟ ਹੈ। ਉਹਨੇ ਲਿਮਿਟ ਕਰਤਾ ਰਿਐਕਸ਼ਨ ਨੂੰ ਕਿ ਰਿਐਕਸ਼ਨ ਹੈ ਜਿਹੜਾ ਉਹ ਕੰਪਲੀਟ ਹੋ ਗਿਆ। clear, the product formed with when hydrogen is completely used, मतलब कितनी हाइड्रोजन सी साडे कोले given 3 grams, ਜਦੋਂ ਅਸੀਂ 3 ਗ੍ਰਾਮ ਹਾਈਡਰੋਜਨ ਪੂਰੀ ਯੂਜ਼ ਕਰਤੀ ਤਾਂ ਕਿੰਨਾ ਵਾਟਰ ਬਣਿਆ 27 grams। used is less, so hydrogen is limiting reactant। ਸਾਡੇ ਪਹਿਲੇ ਕੁਐਸਚਨ ਦਾ ਆਨਸਰ ਹੋ ਗਿਆ ਬੇਟੇ। 3 ਕੁਐਸਚਨ ਦੇ ਆਨਸਰ ਦੇਣੇ ਆਪਾਂ। ਦੂਜਾ ਕੁਐਸਚਨ ਕੀ ਹੈ ਸਾਡੇ ਕੋਲੇ ਕਿ ਅਮਾਊਂਟ ਕਿੰਨਾ ਬਣੇਗਾ ਵਾਟਰ ਦਾ, ਇਹ ਤਾਂ ਆਪਾਂ ਦੋਨਾਂ ਨਾਲ ਕੱਢ ਚੁੱਕੇ ਹਾਂ। ਤਾਂ ਘੱਟ ਕਿਹਦੇ ਨਾਲ ਬਣ ਰਿਹਾ ਵਾਟਰ, ਤਾਂ ਮੈਕਸਿਮਮ ਵਾਟਰ ਪ੍ਰੋਡਿਊਸਡ ਕਿੰਨਾ ਹੋਏਗਾ 27 grams। ਜਿਹਦੇ ਨਾਲ ਵੀ ਘੱਟ ਆਇਆ ਉਹ ਤਾਂ ਤੁਹਾਡੇ ਕੋਲੇ ਆਪਣੇ ਆਪ ਹੀ ਆਨਸਰ ਆ ਗਿਆ। ਦੁਬਾਰਾ ਕਰ ਦਿਓ, ਚਾਹੇ ਇੱਥੇ ਤੁਸੀਂ ਸੈਕੰਡ ਨੰਬਰ ਪਾ ਕੇ ਕੁਐਸਚਨ ਸੋਲਵ ਕਰ ਦਿਓ ਕਿ 4 ਗ੍ਰਾਮ ਨਾਲ ਕਿੰਨਾ ਵਾਟਰ ਬਣ ਰਿਹਾ ਹੈ, 1 ਨਾਲ ਕਿੰਨਾ ਬਣੇਗਾ ਤੇ 3 ਨਾਲ ਕਿੰਨਾ ਬਣੇਗਾ। ਦੁਬਾਰਾ ਕਰ ਦਿਓ, ਚਾਹੇ ਅਦਰਵਾਈਜ਼ ਲਿਖ ਹੀ ਸਕਦੇ ਹੋ ਕਿ ਅਮਾਊਂਟ ਆਫ ਵਾਟਰ ਫਾਰਮਡ ਇਜ਼ ਇਕੁਅਲ ਟੂ 27 grams। ਤੀਸਰਾ ਤੁਹਾਡੇ ਕੋਲੇ ਕੁਐਸਚਨ ਸੀ ਕਿਹੜਾ ਰਿਐਕਟੈਂਟ ਹੈ ਜਿਹੜਾ ਉਹਦੀ ਅਮਾਊਂਟ ਦੱਸਣੀ ਹੈ ਕਿੰਨਾ ਅਨਰੀਐਕਟਡ ਬਚੇਗਾ। ਠੀਕ ਹੈ, ਹੁਣ ਆਪਾਂ ਲਿਮਟਿੰਗ ਰਿਐਕਟੈਂਟ ਦੇ ਬੇਸ ਤੇ ਆਪਾਂ ਬਣਾਉਣਾ ਹੈ, ਦੂਜੇ ਨੂੰ ਯੂਜ਼ ਕਰਨਾ ਹੈ। ਠੀਕ ਹੈ, 4 grams ਆਫ ਆਪਾਂ ਇਸ ਪਾਸੇ ਕਿਹੜਾ ਲਵਾਂਗੇ ਬੇਟੇ ਲਿਮਟਿੰਗ ਨੇ, ਕਿਉਂਕਿ ਉਹ ਲਿਮਟ ਕਰੇਗਾ ਉਹਦੇ ਅਕੋਰਡਿੰਗ ਆਕਸੀਜਨ ਕਿੰਨੀ ਯੂਜ਼ ਹੋਣੀ ਹੈ ਆਪਾਂ ਉਹ ਦੇਖਣਾ ਹੈ। ਠੀਕ ਹੈ, ਲਿਮਟਿੰਗ ਰਿਐਕਟੈਂਟ ਦੇ ਅਕੋਰਡਿੰਗ। ਹੁਣ ਜੇ ਆਪਾਂ ਇੱਥੇ ਇਸ ਇਕੁਏਸ਼ਨ ਤੋਂ ਦੇਖੀਏ ਤਾਂ 4 ਗ੍ਰਾਮ ਲਈ ਕਿੰਨੀ ਆਕਸੀਜਨ ਚਾਹੀਦੀ ਹੈ ਬੇਟੇ 32 grams। ਠੀਕ ਹੈ, ਤਾਂ 3 ਗ੍ਰਾਮ ਲਈ ਕਿੰਨੀ ਚਾਹੀਦੀ ਹੋਏਗੀ, ਹੈ ਤਾਂ ਸਾਡੇ ਕੋਲੇ 29। ਠੀਕ ਹੈ, ਹੈ ਤਾਂ ਗਿਵਨ ਤਾਂ ਸਾਡੇ ਕੋਲੇ 29 ਹੈ, ਅਵੇਲੇਬਲ ਤਾਂ 29 grams ਹੈ, ਪਰ ਯੂਜ਼ ਕਿੰਨੀ ਹੋਣੀ ਹੈ ਇਹਦੇ ਵਿੱਚੋਂ ਉਹ ਕੌਣ ਡਿਸਾਈਡ ਕਰੇਗਾ ਲਿਮਟਿੰਗ ਰਿਐਕਟੈਂਟ ਡਿਸਾਈਡ ਕਰੇਗਾ ਕਿ ਕਿੰਨੀ ਆਕਸੀਜਨ ਵਰਤੀ ਜਾਏਗੀ, ਬਾਕੀ ਬਚ ਜਾਏਗੀ। 3 grams ਲਈ ਅਸੀਂ ਕੈਲਕੂਲੇਟ ਕਰਨੀ ਹੈ। ਠੀਕ ਹੈ, ਤਾਂ ਹੁਣ ਆਪਾਂ ਇੱਥੇ ਅਮਾਊਂਟ ਆਫ ਆਕਸੀਜਨ ਯੂਜ਼ਡ ਕੱਢਾਂਗੇ ਪਹਿਲਾਂ। 4 grams ਆਫ ਹਾਈਡਰੋਜਨ ਰਿਐਕਟ ਵਿਦ ਆਕਸੀਜਨ ਇਜ਼ ਇਕੁਅਲ ਟੂ 32 grams। ਇਹ ਕਿੱਥੋਂ ਲਿਆ ਆਪਾਂ ਬੈਲੈਂਸਡ ਇਕੁਏਸ਼ਨ ਤੋਂ। 1 ਗ੍ਰਾਮ ਲਈ ਕਿੰਨੀ ਆਕਸੀਜਨ ਚਾਹੀਦੀ ਹੈ ਬੇਟੇ 32/4 ਐਂਡ 3 grams ਹਾਈਡਰੋਜਨ ਲਈ ਕਿੰਨੀ ਰਿਕੁਆਇਰਡ ਆਕਸੀਜਨ ਹੈ, ਕਿੰਨੀ ਆ ਗਈ ਸਾਡੇ ਕੋਲੇ 24 grams। ਮਤਲਬ ਯੂਜ਼ ਹੋਏਗੀ 24 grams। ਹੁਣ ਅਵੇਲੇਬਲ ਆਕਸੀਜਨ ਕਿੰਨੀ ਹੈ ਸਾਨੂੰ ਗਿਵਨ ਕਿੰਨੀ ਹੈ 29 grams। ਕੰਜ਼ਿਊਮ ਕਿੰਨੀ ਹੋਗੀ ਬੇਟੇ 24 grams। ਵਾਟਰ ਬਣਾਉਣ ਵਾਸਤੇ ਕਿੰਨੀ ਕੰਜ਼ਿਊਮ ਹੋਗੀ 24 grams। ਅਨਰੀਐਕਟਿਡ ਆਕਸੀਜਨ ਕਿੰਨੀ ਬਚ ਗਈ ਅਵੇਲੇਬਲ ਦੇ ਵਿੱਚੋਂ ਕੰਜ਼ਿਊਮਡ ਘਟਾ ਦਿਓ ਤਾਂ ਕੀ ਆ ਗਈ ਤੁਹਾਡੇ ਕੋਲੇ 5 grams। 5 grams ਆਫ ਆਕਸੀਜਨ ਰਿਮੇਨਸ ਅਨਰੀਐਕਟਿਡ। ਠੀਕ ਹੈ, ਤਾਂ 3 ਕੁਐਸਚਨਸ ਦੇ ਆਨਸਰ ਹੈ ਜਿਹੜੇ ਆਪਾਂ ਦਿੱਤੇ ਹੈ। ਹੁਣ ਆਪਾਂ ਨੈਕਸਟ ਨੂਮੈਰੀਕਲ ਕਰਦੇ ਹਾਂ। 50 grams ਆਫ ਨਾਈਟ੍ਰੋਜਨ and 10 grams of hydrogen are mixed to produce ammonia NH3। calculate amount of ammonia formed, ammonia कितना बनेगा and identify the limiting reactant। सेम क्वेश्चन है बेटे,
कोई फर्क नहीं बिल्कुल भी। तुसी की करोगे, पहला पॉज करके वीडियो ਨੂੰ अपने आप ਇਹਨੂੰ सॉल्व करोगे। सॉल्व करना है अपने आप, फिर तुसी ਇਹਦੇ ਨਾਲ ਮਿਲਾਉਣਾ है। क्लियर। ਹੁਣ ਆਪਾਂ ਕੀ ਹੈ, ਸਭ ਤੋਂ ਪਹਿਲਾਂ ਇਹਦੀ ਇਕੁਏਸ਼ਨ ਲਿਖਾਂਗੇ। ਕੀ ਚੀਜ਼ਾਂ ਸਾਨੂੰ ਗਿਵਨ ਹੈ, ਨਾਈਟ੍ਰੋਜਨ ਤੇ ਹਾਈਡਰੋਜਨ ਮਿਲ ਕੇ ਕੀ ਬਣਾ ਰਹੀ ਹੈ, ਅਮੋਨੀਆ। ਨਾਈਟ੍ਰੋਜਨ प्लस हाइड्रोजन गिव्स अमोनीया। ਆਪਾਂ ਕੀ ਕਰਾਂਗੇ ਇਹਨੂੰ, ਸਭ ਤੋਂ ਪਹਿਲਾਂ ਬੈਲੈਂਸ, ਤਾਂ ਹੀ ਉਹ ਕੈਮੀਕਲ ਰਿਐਕਸ਼ਨ ਬਣੇਗਾ। ਇੱਧਰ N 2 ਹੈ, ਇੱਧਰ 1 ਹੈ, ਤਾਂ ਆਪਾਂ ਮੂਹਰੇ ਕੀ ਲਗਾ ਦਾਂਗੇ 2 ਨਾਈਟ੍ਰੋਜਨ ਬਣ ਗਏ। ਤਾਂ ਹਾਈਡਰੋਜਨ ਹੁਣ ਸਾਡੇ ਕੋਲੇ ਕਿੰਨੇ ਬਣ ਗਏ ਇੱਥੇ 6, 3 2s are 6, ਤਾਂ ਇੱਥੇ 2 ਸੀ ਤਾਂ ਅੱਗੇ 3 ਲਗਾ ਦਾਂਗੇ, 6 ਹਾਈਡਰੋਜਨ ਬਣ ਗਈ। ਤਾਂ ਇਹ ਸਾਡੇ ਕੋਲੇ ਆ ਗਿਆ ਇੱਕ ਬੈਲੈਂਸਡ ਇਕੁਏਸ਼ਨ। ਹੁਣ ਆਪਾਂ ਇੱਥੋਂ ਕੀ ਹੈ, ਕਿਉਂਕਿ ਸਾਡੇ ਕੋਲੇ ਮਾਸੇਜ਼ ਹੈ ਤਾਂ ਅਸੀਂ ਮਾਸ ਹੀ ਕੱਢਾਂਗੇ, ਸਾਨੂੰ ਮੋਲਸ ਦੀ ਲੋੜ ਨਹੀਂ ਹੈ, ਤਾਂ ਆਪਾਂ ਮਾਸ ਕੱਢਾਂਗੇ। ਨਾਈਟ੍ਰੋਜਨ ਦੀ ਇੱਕ ਐਟਮ ਦਾ ਮਾਸ ਕਿੰਨਾ ਹੁੰਦਾ, 14 ਐਟਮਸ ਕਿੰਨੀਆਂ 2 ਨਾਲ ਮਲਟੀਪਲਾਈ ਕਰ ਦਾਂਗੇ, 28 ਗ੍ਰਾਮਸ ਆ ਗਏ। ਹਾਈਡਰੋਜਨ ਹੈ ਜਿਹੜਾ ਉਹ ਕਿੰਨੇ ਬਟੇ 6 ਹਾਈਡਰੋਜਨ ਹੈ, ਇੱਕ ਦਾ ਮਾਸ ਕਿੰਨਾ ਹੁੰਦਾ 1, ਤਾਂ 6 ਗ੍ਰਾਮਸ ਆ ਗਿਆ। ਨਾਈਟ੍ਰੋਜਨ ਕਿੰਨੇ ਹੈ 2, ਇੱਕ ਦਾ 14 ਪਲੱਸ ਹਾਈਡਰੋਜਨ ਕਿੰਨੇ ਹੈ 6, ਇੱਕ ਦਾ ਮਾਸ 1, ਤਾਂ ਕਿੰਨਾ ਆ ਗਿਆ 34 ਗ੍ਰਾਮਸ। ਇਹਦਾ ਮਤਲਬ ਸਾਨੂੰ ਬੈਲੈਂਸਡ ਇਕੁਏਸ਼ਨ ਤੋਂ ਪਤਾ ਲੱਗ ਗਿਆ 28 grams of nitrogen combines with 6 grams of hydrogen to give 34 grams of ammonia। ਇਹ ਮਾਸਸ ਨੂੰ ਜੋੜ ਕੇ ਦੇਖ ਲਿਆ ਕਰੋ ਬੇਟੇ, ਇਹ ਰਿਐਕਟੈਂਟ ਦਾ ਮਾਸ ਤੇ ਪ੍ਰੋਡਕਟ ਦਾ ਮਾਸ ਹਮੇਸ਼ਾ ਕੀ ਹੋਣਾ ਚਾਹੀਦਾ, ਸੇਮ ਹੋਣਾ ਚਾਹੀਦਾ। ਜੇ ਫਿਰ ਤਾਂ ਗਲਤੀ ਨਹੀਂ ਰਹੇਗੀ ਕਦੇ ਵੀ, ਪਹਿਲਾਂ ਇਹਨੂੰ ਮੈਚ ਕਰਨਾ ਹੈ। ਬੈਲੈਂਸਡ ਇਕੁਏਸ਼ਨ ਦੇ ਵਿੱਚ ਮਾਸ ਦੇ ਰਿਐਕਟੈਂਟ ਦੇ ਮਾਸਸ ਤੇ ਪ੍ਰੋਡਕਟ ਦੇ ਮਾਸਸ ਹਮੇਸ਼ਾ ਕੀ ਹੋਣਗੇ, ਸੇਮ ਹੋਣਗੇ। ਠੀਕ ਹੈ। ਹੁਣ ਆਪਾਂ ਕੀ ਕਰਨਾ ਬੇਟੇ, ਆਪਾਂ ਕੀ ਕਿਹਾ ਸੀ ਕਿ ਲਿਮਟਿੰਗ ਰਿਐਕਟੈਂਟ ਦੱਸਣਾ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਦੋਨਾਂ ਰਿਐਕਟੈਂਟ ਤੋਂ ਪ੍ਰੋਡਕਟ ਬਣਾ ਕੇ ਦੇਖ ਲਓ, ਜਿਹਦੇ ਤੋਂ ਘੱਟ ਬਣੇਗੀ ਉਹ ਲਿਮਟਿੰਗ ਰਿਐਕਟੈਂਟ ਹੋਏਗਾ। ਸੇਮ ਫਾਰਮੂਲਾ ਲਗਾਓਗੇ, 28 grams of nitrogen gives ammonia is equal to 34 grams। ਜੇ ਆਪਾਂ ਫਰੋਮ ਨਾਈਟ੍ਰੋਜਨ ਕਰੀਏ 28 grams of nitrogen produce ammonia is equal to 34 grams। 1 ਗ੍ਰਾਮ ਤੋਂ ਕਿੰਨਾ ਬਣੇਗਾ, ਤੇ ਸਾਡੇ ਕੋਲੇ ਗਿਵਨ ਕਿੰਨਾ ਹੈ 50 grams, ਤਾਂ 50 grams ਤੋਂ ਕਿੰਨਾ ਬਣੇਗਾ, ਮਲਟੀਪਲਾਈ ਬਾਈ 50 ਕਿੰਨਾ ਆ ਗਿਆ 60.71। 60.71 ਇਹ ਆ ਗਈ ਜੇ ਅਸੀਂ ਨਾਈਟ੍ਰੋਜਨ ਸਾਰਾ ਦਾ ਸਾਰਾ ਕੰਜ਼ਿਊਮ ਕਰਤਾ, ਜਿੰਨਾ ਸਾਨੂੰ ਗਿਵਨ ਹੈ ਸਾਰਾ ਨਾਈਟ੍ਰੋਜਨ ਵਰਤਾਂਗੇ ਤਾਂ ਇੰਨਾ ਅਮੋਨੀਆ ਸਾਡੇ ਕੋਲੇ ਬਣੇਗਾ। ਕਲੀਅਰ। ਹੁਣ ਅਸੀਂ ਇਸੇ ਤਰ੍ਹਾਂ ਹਾਈਡਰੋਜਨ ਦੇ ਬੇਸ ਤੇ ਕਰਦੇ ਹਾਂ। 6 grams of hydrogen produce ammonia is equal to 34 grams। 6 ਗ੍ਰਾਮ ਹਾਈਡਰੋਜਨ ਜਦੋਂ ਯੂਜ਼ ਹੋ ਰਿਹਾ ਤਾਂ ਅਮੋਨੀਆ ਕਿੰਨਾ ਬਣ ਰਿਹਾ 34 grams। ਠੀਕ ਹੈ, ਤਾਂ 34 grams। ਜੇ ਆਪਾਂ 1 ਗ੍ਰਾਮ ਲਵਾਂਗੇ 34/6, ਤੇ ਜੇ 10 grams ਗਿਵਨ ਕਿੰਨਾ 10 grams, ਜੇ 10 grams ਲਵਾਂਗੇ ਤਾਂ ਕਿੰਨਾ ਆਏਗਾ, ਇਹ ਆ ਗਿਆ ਤੁਹਾਡੇ ਕੋਲੇ 56.6 grams। ਦੋਨਾਂ ਤੋਂ ਅਸੀਂ ਅਮੋਨੀਆ ਬਣਾ ਕੇ ਦੇਖ ਲਿਆ, ਦੋਨੇ ਜਦੋਂ ਅਸੀਂ ਕੰਪਲੀਟਲੀ ਯੂਜ਼ ਕਰਦੇ 50 grams ਯੂਜ਼ ਕਰ ਲਿਆ, ਇਹ 10 grams ਯੂਜ਼ ਕਰ ਲਿਆ। ਹੁਣ ਅਸੀਂ ਦੇਖਾਂਗੇ ਆਪਾਂ ਕੀ ਦੇਖਣਾ ਬੇਟੇ ਕਿ ਕਿਹਦੇ ਤੋਂ ਪ੍ਰੋਡਕਟ ਘੱਟ ਬਣੀ ਹੈ, ਲੈਸਰ ਅਮਾਊਂਟ ਕਿਹਦੇ 'ਚ ਹੈ। ਠੀਕ ਹੈ, ਕਿਹਦੇ 'ਚੋਂ ਜਿਹੜੀ ਅਮਾਊਂਟ ਹੈ ਉਹ ਘੱਟ ਬਣ ਰਹੀ ਹੈ, ਉਹ ਕਿਹਦੇ ਤੋਂ ਬਣ ਰਹੀ ਹੈ, ਹਾਈਡਰੋਜਨ ਨਾਲ। ਜਦੋਂ ਹਾਈਡਰੋਜਨ ਨੂੰ ਪੂਰਾ ਕੰਜ਼ਿਊਮ ਕਰ ਰਹੇ ਹਾਂ ਉਦੋਂ ਜਿਹੜੀ ਪ੍ਰੋਡਕਟ ਬਣ ਰਹੀ ਹੈ ਉਹ ਘੱਟ ਬਣੀ ਹੈ। ਇਹਦਾ ਮਤਲਬ ਕੀ ਹੋਇਆ ਬੇਟੇ, ਹਾਈਡਰੋਜਨ ਇਜ਼ ਲਿਮਟਿੰਗ ਰਿਐਕਟੈਂਟ। ਹਾਈਡਰੋਜਨ ਇਜ਼ ਲਿਮਟਿੰਗ ਰਿਐਕਟੈਂਟ। ਪਹਿਲਾਂ ਇਹ ਕੁਐਸਚਨ ਦਾ ਪਤਾ ਲੱਗ ਗਿਆ ਸਾਨੂੰ, ਆਇਡੈਂਟੀਫਾਈ ਕਰੋ ਲਿਮਟਿੰਗ ਰਿਐਕਟੈਂਟ, ਇਹ ਤਾਂ ਲਿਮਟਿੰਗ ਰਿਐਕਟੈਂਟ ਹੋ ਗਿਆ। ਹੁਣ ਆਪਾਂ ਦੱਸਣਾ ਕੀ ਹੈ ਬੇਟੇ, ਕੈਲਕੂਲੇਟ ਅਮਾਊਂਟ ਆਫ ਅਮੋਨੀਆ ਫਾਰਮਡ, ਇਹ ਸਾਡੇ ਕੋਲ ਪਹਿਲਾਂ ਹੀ ਪਿਆ। ਹਾਈਡਰੋਜਨ ਜਦੋਂ ਪੂਰਾ ਕੰਜ਼ਿਊਮ ਕੀਤਾ ਤਾਂ ਕਿੰਨਾ ਬਣ ਗਿਆ ਅਮੋਨੀਆ 56.6। ਤਾਂ ਇਹ ਕੁਐਸਚਨ ਦਾ ਤੁਹਾਡਾ ਆਨਸਰ ਕੀ ਹੋ ਗਿਆ, ਫਾਰਮੇਸ਼ਨ ਆਫ ਅਮੋਨੀਆ ਫਾਰਮਡ ਇਜ਼ ਇਕੁਅਲ ਟੂ 56.6 grams। ਠੀਕ ਹੈ, ਤਾਂ ਇਹ ਤੁਹਾਡੇ ਕੋਲੇ ਨੂਮੈਰੀਕਲ ਸੀ ਲਿਮਟਿੰਗ ਰਿਐਕਟੈਂਟ ਦੇ। ਤਾਂ ਇਹਨੂੰ ਆਪਾਂ ਕੰਪਲੀਟ ਕਰੀਏ ਜੀ ਉਸੇ ਕੁਐਸਚਨ ਨੂੰ। The amount of ammonia formed is smallest when hydrogen is completely consumed। मतलब 10 ग्राम हाइड्रोजन से ਜਿਹੜਾ ਅਸੀਂ यूज़ करता, so hydrogen is limiting reactant। Amount of ammonia produced is 56.6 grams produced by consuming limiting reactant completely। ਜਦੋਂ ਲਿਮਟਿੰਗ ਰਿਐਕਟੈਂਟ ਹਾਈਡਰੋਜਨ ਸੀ, ਹਾਈਡਰੋਜਨ ਕਿੰਨਾ ਗਿਵਨ ਹੈ 10 grams, ਜਦੋਂ ਅਸੀਂ ਸਾਰਾ ਹਾਈਡਰੋਜਨ ਯੂਜ਼ ਕਰ ਲਿਆ ਉਦੋਂ ਕਿੰਨਾ ਅਮੋਨੀਆ ਪ੍ਰੋਡਿਊਸ ਹੋ ਰਿਹਾ, ਉਹ ਕਿਸੇ 56.6 grams। ਜੇ ਹੁਣ ਇਹਦੇ ਨਾਲ ਤੁਹਾਨੂੰ ਤੀਸਰਾ ਕੁਐਸਚਨ ਵੀ ਆ ਜਾਵੇ, ਜੇ ਪੁੱਛ ਲਿਆ ਜਾਵੇ ਕਿ ਕਿਹੜਾ ਰਿਐਕਟੈਂਟ ਹੈ ਜਿਹੜਾ ਅਨਰਿਐਕਟਡ ਬਚੇਗਾ ਜਾਂ ਕਿਹੜਾ ਰਿਐਕਟੈਂਟ ਐਕਸੈਸ 'ਚ ਹੋਏਗਾ ਤੇ ਉਹਦੀ ਅਮਾਊਂਟ ਕਿੰਨੀ ਬਚੇਗੀ, ਤਾਂ ਫਿਰ ਤੁਸੀਂ ਕੀ ਕਰੋਗੇ, ਐਕਸੈਸ ਦੇ ਵਿੱਚ ਕਿਹੜਾ ਹੋਏਗਾ ਬੇਟੇ, ਇਹਨਾਂ ਚੋਂ ਕਿਹੜਾ ਐਕਸੈਸ ਦੇ ਵਿੱਚ ਹੋਏਗਾ, ਨਾਈਟ੍ਰੋਜਨ। ਠੀਕ ਹੈ,
ਨਾਈਟ੍ਰੋਜਨ ਹੈ ਜਿਹੜਾ ਉਹ ਕੀ ਹੈ ਐਕਸੈਸ 'ਚ ਹੋਏਗਾ। ਕਿੰਨਾ ਹੋਏਗਾ ਉਹਦੇ ਵਾਸਤੇ ਆਪਾਂ ਕੀ ਕਰਨਾ ਪਏਗਾ, ਦੁਬਾਰਾ ਕੈਲਕੂਲੇਟ ਕਰਨਾ ਪਏਗਾ। ਤੇ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ ਕਿ 10 ਗ੍ਰਾਮਸ 6 ਗ੍ਰਾਮਸ ਜੇ ਹਾਈਡਰੋਜਨ ਯੂਜ਼ ਹੋ ਰਿਹਾ ਹੈ ਤਾਂ ਨਾਈਟ੍ਰੋਜਨ ਕਿੰਨਾ ਯੂਜ਼ ਹੋਏਗਾ 28 ਗ੍ਰਾਮਸ। ਜੇ ਇੱਕ ਹੋਏਗਾ ਤਾਂ ਕੀ ਆਏਗਾ 28/6। ਤੇ ਜੇ 10 ਗ੍ਰਾਮ ਹਾਈਡਰੋਜਨ ਹੋਏਗਾ ਤਾਂ ਕਿੰਨਾ ਯੂਜ਼ ਹੋਏਗਾ ਉਹ ਕੈਲਕੂਲੇਟ ਕਰ ਲਿਓ ਉਹਨੂੰ ਕਿੰਨਾ ਆਏਗਾ। ਫਿਰ ਉਹ 50 ਤੋਂ ਘੱਟ ਆਏਗਾ, ਠੀਕ ਹੈ, ਕਿਉਂਕਿ ਇਹ ਤਾਂ ਐਕਸੈਸ 'ਚ ਹੈ, 50 ਤੋਂ ਘੱਟ ਆਏਗਾ ਜ਼ਰੂਰ ਤੁਹਾਡੇ ਕੋਲੇ। ਫਿਰ ਜਿਹੜਾ ਅਨਰੀਐਕਟਡ ਕੱਢੋਗੇ ਉਹ ਕੀ ਹੈ 50 ਦੇ ਵਿੱਚੋਂ ਉਹਨੂੰ ਮਾਈਨਸ ਕਰ ਦਿਓ ਤਾਂ ਬਾਕੀ ਤੁਹਾਡੇ ਕੋਲੇ ਕੀ ਬਚ ਜਾਏਗਾ ਅਨਰੀਐਕਟਡ। ਇਹ ਵੀ ਤੁਸੀਂ ਆਪਣੇ ਆਪ ਕੈਲਕੂਲੇਟ ਕਰਿਓ ਕਿ ਅਮਾਊਂਟ ਆਫ ਅਨਰੀਐਕਟਡ ਰਿਐਕਟੈਂਟ, ਇਹ ਨਾਲ ਕੈਲਕੂਲੇਟ ਕਰ ਲਿਓ। ਇਹ ਹੋ ਗਏ ਬਈ ਤੁਹਾਡੇ ਕੋਲੇ ਜਿਹੜੇ ਲਿਮਟਿੰਗ ਰਿਐਕਟੈਂਟ ਨਾਲ ਰਿਲੇਟਡ ਨੂਮੈਰੀਕਲਸ, ਠੀਕ ਹੈ। ਹੁਣ ਬੇਟੇ ਤੁਹਾਨੂੰ ਮੈਂ ਅੱਗੇ ਜਿਹੜਾ ਹੈਗਾ 3 ਨੂਮੈਰੀਕਲ ਹੈ ਜਿਹੜੇ ਤੁਸੀਂ ਆਪ ਸੋਲਵ ਕਰਨੇ ਆ, ਜਿਹੜੇ ਆਪਾਂ ਪਿੱਛੇ ਪੜ੍ਹਿਆ ਜਿਹੜਾ ਕੁਛ ਆਪਾਂ ਉਹਦੇ ਬੇਸ 'ਤੇ।